ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪੈਸਾ ਤੇ ਲਵ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੇ ਪੈਸੇ ਧੇਲੇ ਦੇ ਬਾਰੇ ਵਿੱਚ। ਸੋ ਸਾਰੇ ਜਾਣਦੇ ਨੇ ਕਿ ਇਸ ਵਕਤ ਟੈਕਸ ਦਾ ਸੀਜ਼ਨ ਆਉਣ ਲੱਗਿਆ ਵਾ, ਜਿਹੇ ਵਿੱਚ ਹਰ ਕੋਈ ਆਪਣਾ ਇਸ ਵਕਤ ਅਕਾਊਂਟ ਚੈੱਕ ਕਰ ਰਿਹਾ ਕਿੰਨਾ ਕਿਸ ਵਕਤ ਸਾਡਾ ਜਾ ਚੁੱਕਿਆ ਵਾ ਅਕਾਊਂਟ ਦੇ ਵਿੱਚ, ਕੁੱਲ ਇਨਕਮ ਸਾਡੀ ਕਿੰਨੀ ਕੁ ਪਹੁੰਚ ਚੁੱਕੀ ਹੈ, ਕਿਹਦੇ ਤੇ ਸਾਨੂੰ ਟੈਕਸ ਭਰਨਾ ਪੈ ਸਕਦਾ ਆ, ਟੈਕਸ ਕਿੱਥੋਂ ਬਚਾਇਆ ਜਾ ਸਕਦਾ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇਸ ਵਾਰ ਪੈਂਡੈਮਿਕ ਨੇ ਬਹੁਤ ਸਾਰਿਆਂ ਨੂੰ ਬਹੁਤ ਕੁਝ ਜਿਹੜਾ ਆ ਜੇਬ ਲਾਸ ਸਾਡਾ ਹੋਇਆ ਵਾ। ਸੋ ਜਿਹੇ ਵਿੱਚ ਇੰਨੇ ਖਰਚਿਆਂ ਦੇ ਵਿੱਚ ਅਸੀਂ ਆਪਣੇ ਟੈਕਸ ਨੂੰ ਕਿੱਦਾਂ ਬਚਾ ਸਕਦੇ ਹਾਂ। ਜਦੋਂ ਟੈਕਸ ਬਚਾਉਣ ਦੀ ਗੱਲ ਆਉਂਦੀ ਹੈ ਤਾਂ RRSP ਦਾ ਮੁੱਦਾ ਵੀ ਬਹੁਤ ਜ਼ਿਆਦਾ ਛਿੜਦਾ ਆ। ਸੋ ਅੱਜ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ, ਟੈਕਸ ਕਿੱਦਾਂ ਬਚਾਈਏ ਤੇ RRSP ਦਾ ਇਸ ਵਿੱਚ ਕੀ ਰੋਲ ਹੈਗਾ, RRSP ਦੇ ਅੱਗੇ ਜਾ ਕੇ ਸਾਨੂੰ ਕੀ ਫਾਇਦੇ ਹੋ ਸਕਦੇ ਨੇ। ਇਸ ਪੂਰੇ ਮੁੱਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਤੁਹਾਡਾ ਕੋਈ ਸਵਾਲ ਹੈਗਾ ਇਸ ਸੰਬੰਧੀ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟਰੂਪੈਕਸ ਫਾਈਨੈਂਸ਼ੀਅਲ ਲਿਮਿਟਡ ਤੋਂ ਮਿਸਟਰ ਵਿਕਰਮ ਸਿੰਘ ਜੰਜੂਆ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਥੈਂਕਸ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ। ਅਸੀਂ ਦੇਖ ਰਹੇ ਹਾਂ ਇਸ ਵਕਤ 2022 ਚੜ ਚੁੱਕੇ ਆ ਵਾ ਤੇ ਥੋੜੀ ਹੁਣ ਸਭ ਦੀ ਦਿਲ 'ਚ ਤੱਕ ਹੋਣੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਟੈਕਸ ਦਾ ਸੀਜ਼ਨ ਆਉਣਾ ਸ਼ੁਰੂ ਹੋ ਚੁੱਕਿਆ। ਸੋ ਜਿਹੇ ਵਿੱਚ ਕੀ ਕੋਈ ਹਜੇ ਸਰਕਾਰ ਨੇ ਕੋਈ ਗੱਲ ਕੀਤੀ ਹੈ ਕਿ ਟੈਕਸ ਨੂੰ ਲੈ ਕੇ ਥੋੜਾ ਜਿਹਾ ਅੱਗੇ ਡੈਫਰ ਕੀਤਾ ਜਾ ਸਕਦਾ ਜਾਂ ਕੋਈ ਐਵੇਂ ਦਾ ਐਲਾਨ ਤਾਂ ਨਹੀਂ ਹੋਇਆ ਜੀ? ਨਹੀਂ, ਅਜੇ ਤੱਕ ਐਸਾ ਕੁਝ ਨਹੀਂ ਹੈਗਾ। ਜਿਹੜੀ ਲਾਸਟ ਡੇਟ ਹੈਗੀ ਆ ਉਹ 1 ਮਾਰਚ ਹੀ ਹੈਗੀ ਆ। ਅਸੀਂ ਪਿਛਲੇ ਸਾਲ ਦੀ ਇਨਕਮ ਤੇ ਜਿਹੜਾ ਅਸੀਂ ਟੈਕਸ ਫਾਈਲ ਕਰਨਾ ਹੈਗਾ ਤੇ ਫਿਰ ਉਸ ਤੋਂ ਅੱਗੇ ਤੱਕ ਤਾਂ ਅਜੇ ਕੋਈ ਡੇਟ ਨਹੀਂ ਉਹਨਾਂ ਨੇ ਡਿਕਲੇਅਰ ਕੀਤੀ ਹੈਗੀ। ਸੋ ਟੈਕਸ ਨੂੰ ਲੈ ਕੇ ਹਮੇਸ਼ਾ ਇਹ ਸੋਚਿਆ ਜਾਂਦਾ ਹੈ ਕਿ ਸਾਡੇ ਵਰਗੇ ਵੀ ਸੋਚਦੇ ਨੇ ਕਿ ਬੈਕ ਕੇ ਟੈਕਸ ਇਸ ਵਾਰੀ ਟੈਕਸ ਦੀ ਪਹਿਲਾਂ ਅਸੀਂ ਦੇਖ ਲਈਏ ਲਿਮਿਟ ਕੀ ਹੋਏਗੀ, ਸਭ ਕੁਝ ਹੋਏਗਾ ਤੇ ਕਿੰਨੇ ਸਾਨੂੰ ਪੈਸੇ ਭਰਨੇ ਪੈ ਸਕਦੇ ਆ। ਉਸ ਤੇ ਸਭ ਤੋਂ ਪਹਿਲਾ ਮੁੱਦਾ ਇਹ ਹੁੰਦਾ ਕਿ ਟੈਕਸ ਨੂੰ ਅਸੀਂ ਕੀ ਬਚਾ ਵੀ ਸਕਦੇ ਹਾਂ। ਸੋ ਕੀ ਬਹੁਤ ਸਾਰੇ ਕੈਨੇਡੀਅਨਸ ਇਸ ਵਕਤ ਜਿਹੜੇ ਹੈਗੇ ਆ, ਲਗਭਗ ਹਰ ਕਿਸੇ ਦੇ ਦਿਮਾਗ 'ਚ ਆਉਂਦਾ ਕਿ ਇਸ ਵਾਰੀ ਕੁਝ ਬਚਾ ਸਕਦੇ ਹਾਂ ਅਸੀਂ ਟੈਕਸ 'ਚੋਂ, ਕਿ ਵਾਕਈ ਟੈਕਸ ਤੋਂ ਅਸੀਂ ਕੁਝ ਬਚਾਇਆ ਜਾ ਸਕਦਾ ਆ? ਡੈਫੀਨਿਟਲੀ ਤਰਨ ਜੀ, ਦੇਖੋ ਟੈਕਸ ਇੱਕ ਐਸੀ ਚੀਜ਼ ਹੈਗੀ ਹੈ ਜਿਹੜੀ ਕਿ ਜਦੋਂ ਸਰਕਾਰ ਦੇ ਘਰ ਚਲੀ ਗਈ ਤਾਂ ਉਹਦਾ ਮੁੜ ਕੇ ਆਉਣਾ ਬੜਾ ਮੁਸ਼ਕਲ ਹੁੰਦਾ। ਠੀਕ ਹੈ, ਇਨਡਾਇਰੈਕਟਲੀ ਸਾਨੂੰ ਜ਼ਰੂਰ ਮਿਲਦਾ ਹੈ, ਸੜਕਾਂ ਬਣਦੀਆਂ ਨੇ, ਸਾਰੀ ਫੈਸਿਲਿਟੀਜ਼ ਹੈਗੀ ਹੈ, ਡੈਫੀਨਿਟਲੀ ਟੈਕਸ ਦੇ ਕਰਕੇ ਹੀ ਹੁੰਦੀ ਹੈਗੀ ਹੈ। ਪਰ ਫਿਰ ਵੀ ਇੰਡੀਵਿਜੂਅਲੀ ਸਾਨੂੰ ਇਹ ਚੀਜ਼ ਹੁੰਦੀ ਹੈ ਕਿ ਜਿੰਨਾ ਟੈਕਸ ਘੱਟ ਦਿੱਤਾ ਜਾਵੇ ਜਾਂ ਜਿੰਨਾ ਬਚਾਇਆ ਜਾ ਸਕਦਾ ਹੈਗਾ ਬਚਾਇਆ ਜਾਵੇ ਜੀ। ਮੈਨੂੰ ਲੱਗਦਾ ਕਿ ਇੱਥੇ ਇਹ ਹੋੜ ਜਿਹੜੀ ਹੈਗੀ ਹੈ 31 ਦਸੰਬਰ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਜਦੋਂ ਬੈਕ ਹੋਮ ਅਸੀਂ ਹੁੰਦੇ ਸੀ ਉਦੋਂ 31 ਮਾਰਚ ਤੋਂ ਬਾਅਦ ਇਹ ਹੋੜ ਸ਼ੁਰੂ ਹੁੰਦੀ ਸੀ ਵੀ ਅਸੀਂ ਟੈਕਸ ਜਿੰਨਾ ਬਚਾ ਸਕਦੇ ਜ਼ਰੂਰ ਬਚਾਈਏ। ਟੈਕਸ ਦੀ ਚੋਰੀ ਕਰਨ ਨਾਲੋਂ ਟੈਕਸ ਬਚਾਉਣਾ ਜ਼ਿਆਦਾ ਵਧੀਆ, ਕਿਉਂਕਿ ਚੋਰੀ ਕਰਨਾ ਤਾਂ ਚੋਰੀ ਆ ਗਈ, ਲੇਕਿਨ ਬਚਾਉਣਾ ਜਿਹੜਾ ਹੈਗਾ ਆ ਬੜਾ ਲੈਜੀਟੀਮੇਟ ਵੇ ਹੈਗਾ ਕਿ ਤੁਸੀਂ ਆਪਣੇ ਟੈਕਸ ਨੂੰ ਭਰਨ ਦੀ ਬਜਾਏ ਤੁਸੀਂ ਉਹਨੂੰ ਕੋਈ ਹੋਰ ਤਰੀਕੇ ਨਾਲ ਜੋੜਿਆ ਹੈਗਾ ਜਾਂ ਟੈਕਸ ਬਚਾਉਣ ਲਈ ਤੁਸੀਂ ਕੁਝ ਹੋਰ ਚੀਜ਼ ਕੀਤੀ ਹੈ ਜਿਹਦੇ ਨਾਲ ਕਿ ਤੁਹਾਡੀ ਰਕਮ ਵੀ ਜੁੜ ਗਈ ਤੇ ਤੁਹਾਡਾ ਟੈਕਸ ਵੀ ਬਚ ਗਿਆ। ਉੱਥੇ ਤਾਂ ਅਸੀਂ ਟੈਕਸ ਨਹੀਂ ਵੀ ਭਰਦੇ ਸੀ ਨਾ, ਤਾਂ ਵੀ ਚੋਰੀ ਜਿਵੇਂ ਵਾਲਾ ਸਿਸਟਮ ਸੀਗਾ ਚੱਲਦਾ ਸੀ ਬਹੁਤ, ਪਰ ਇੱਥੇ ਤੁਸੀਂ ਨਹੀਂ ਕਰ ਸਕਦੇ ਉਹ ਚੀਜ਼ਾਂ। ਤੇ ਇੱਥੇ ਹੈ ਕਿ ਇੱਕ ਆਦਤ ਵੀ ਬਣ ਚੁੱਕੀ ਆ ਸਾਨੂੰ, ਹੈ ਕਿ ਸਾਨੂੰ ਇੰਨੀਆਂ ਸਹੂਲਤਾਂ ਮਿਲ ਰਹੀਆਂ ਨੇ ਤਾਂ ਉਸ ਦੇ ਲਈ ਸਾਨੂੰ ਟੈਕਸ ਭਰਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਗੱਲ ਇਹ ਹੈ ਕਿ ਹਰ ਕੋਈ ਇਹ ਸੋਚਦਾ ਹੈ ਕਿ ਦ ਪੈਨੀ ਯੂ ਸੇਵਡ ਇਜ਼ ਦ ਪੈਨੀ ਯੂ ਅਰਨ। ਠੀਕ ਹੈ, ਕਿ ਕਿੱਥੋਂ ਅਸੀਂ ਬਚਾ ਸਕਦੇ ਹਾਂ। ਜੇ ਟੈਕਸ ਦੀ ਗੱਲ ਕੀਤੀ ਜਾਵੇ, ਜੋ ਟੈਕਸ ਬਚਾਉਣ ਦੀ ਗੱਲ ਆਉਂਦੀ ਹੈ ਤਾਂ RRSP ਦਾ ਮੁੱਦਾ ਵੀ ਨਾਲ ਜ਼ਰੂਰ ਆਉਂਦਾ ਹੈ। ਸੋ ਕੀ ਵਾਕਈ RRSP ਦੇ ਰਾਹੀਂ ਅਸੀਂ ਟੈਕਸ ਵਿੱਚ ਕੋਈ ਸੇਵਿੰਗ ਕਰ ਸਕਦੇ ਹਾਂ? ਹਾਂਜੀ, ਡੈਫੀਨਿਟਲੀ ਜਦੋਂ ਬਣਾਇਆ ਗਿਆ ਸੀ RRSP ਦਾ ਡਿਵਾਈਸ ਕੀਤਾ ਗਿਆ ਸੀ ਤਾਂ ਬੇਸਿਕਲੀ ਤਾਂ ਇਹ ਸੀਗਾ ਕਿ ਕੈਨੇਡੀਅਨਸ ਆਪਣੀ ਰਿਟਾਇਰਮੈਂਟ ਲਈ ਪਲਾਨ ਕਰ ਲੈਣ, ਰਿਟਾਇਰਮੈਂਟ ਲਈ ਸੇਵਿੰਗ ਕਰ ਲੈਣ, ਲੇਕਿਨ ਉਹਦੇ ਨਾਲ ਫਿਰ ਇਨਸੈਂਟਿਵ ਦੇਣ ਲਈ, ਕਿਉਂਕਿ ਇਸ ਚੀਜ਼ ਨੂੰ ਸੇਵਿੰਗ ਨੂੰ ਵੀ ਇਨਸੈਂਟਿਵਾਈਜ਼ ਕਰਨਾ ਪੈਂਦਾ ਹੈਗਾ, ਇਨਸੈਂਟਿਵਾਈਜ਼ ਕਰਨ ਲਈ ਉਹਨਾਂ ਨੇ ਟੈਕਸ ਨਾਲ ਐਲੀਮੈਂਟ ਜੋੜ ਦਿੱਤਾ ਕਿ ਜੇਕਰ ਤੁਸੀਂ ਉਸ ਵਿੱਚ ਕੰਟਰੀਬਿਊਟ ਕਰਦੇ ਹੋ ਤੇ ਤੁਸੀਂ ਆਪਣੀ ਉਸ ਇਨਕਮ ਨੂੰ ਜਿੰਨੀ ਤੁਸੀਂ ਉਹਦੇ ਵਿੱਚ ਕੰਟਰੀਬਿਊਟ ਕਰੋਗੇ RRSP 'ਚ, ਉਹ ਤੁਹਾਡੀ ਕੁੱਲ ਇਨਕਮ 'ਚੋਂ ਨਿਕਲ ਜਾਵੇਗੀ। ਹੁਣ ਅਗਰ ਤੁਹਾਡੀ ਕੁੱਲ ਇਨਕਮ ਦੇ ਵਿੱਚ ਉਹ ਰਕਮ ਨਿਕਲ ਗਈ ਤਾਂ ਤੁਹਾਨੂੰ ਨੈਚੁਰਲੀ ਉਸੇ ਟੈਕਸ ਘੱਟ ਦੇਣਾ ਪਵੇਗਾ। ਤੇ ਹੁਣ ਉਸ ਚੀਜ਼ ਨੂੰ ਇਨਸੈਂਟਿਵਾਈਜ਼ ਕਰਨ ਲਈ ਕਿ ਤੁਸੀਂ ਕੱਲ ਨੂੰ ਪੈਨਸ਼ਨ ਲਈ ਜੋੜਨਾ ਹੈਗਾ ਆ, ਉਹਨਾਂ ਨੇ ਟੈਕਸ ਦੀ ਤੁਹਾਨੂੰ ਸਹੂਲਤ ਦਿੱਤੀ ਕਿ ਜਿੰਨੀ ਰਕਮ ਤੁਸੀਂ ਆਪਣੀ ਆਮਦਨ ਦੀ ਜਿਹੜਾ ਹਿੱਸਾ ਤੁਸੀਂ RRSP 'ਚ ਜਮ੍ਹਾਂ ਕਰਾਓਗੇ ਉਨਾ ਹਿੱਸਾ ਤੁਹਾਡੀ ਆਮਦਨ ਦੇ ਵਿੱਚੋਂ ਕੁੱਲ ਆਮਦਨ 'ਚੋਂ ਨਿਕਲ ਜਾਵੇਗਾ ਤਾਂ ਉਹ ਨੈਟ ਇਨਕਮ ਰਹਿ ਜਾਏਗੀ ਜਿਸ ਤੋਂ ਤੁਹਾਨੂੰ ਟੈਕਸ ਲੱਗੇਗਾ। ਸੋ ਜੇ RRSP ਦੇ ਰਾਹੀਂ ਜੇ ਟੈਕਸ ਦੇ ਵਿੱਚ ਇਸ ਤਰੀਕੇ ਨਾਲ ਸੇਵਿੰਗ ਹੋ ਸਕਦੀ ਆ ਤਾਂ ਫਿਰ ਤਾਂ ਹਰ ਪਰਸਨ ਹੀ RRSP ਨੂੰ ਕਰ ਸਕਦਾ ਹੈ, ਆਪਟ ਕਰ ਸਕਦਾ। ਡੈਫੀਨਿਟਲੀ ਹਰ ਬੰਦਾ ਕਰਨਾ ਚਾਹੀਦਾ ਹੈ, ਲੇਕਿਨ ਇਹਦੇ ਵਿੱਚ ਥੋੜਾ ਜਿਹਾ ਚੀਜ਼ ਹੈਗੀ ਕਿ ਕਰਨ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਕੀ ਸਾਨੂੰ ਉਸ ਦਾ ਫਾਇਦਾ ਹੈ ਕਿ ਨਹੀਂ। ਡੈਫੀਨਿਟਲੀ ਇੱਕ ਲਾਭ ਤਾਂ ਇਹ ਹੈਗਾ ਕਿ ਅਗਰ ਮੇਰੀ ਆਮਦਨ ਜਿੰਨੀ ਵੀ ਹੈ ਅਗਰ ਮੈਂ ਉਸ ਦੇ ਵਿੱਚ RRSP 'ਚ ਕੰਟਰੀਬਿਊਟ ਕਰਦਾ ਹੈਗਾ ਤਾਂ ਮੈਨੂੰ ਟੈਕਸ ਦੀ ਛੋਟ ਤਾਂ ਮਿਲੇਗੀ। ਲੇਕਿਨ ਹੁਣ ਅਗਰ ਅਸੀਂ ਪਲੈਨਿੰਗ ਦੀ ਗੱਲ ਕਰੀਏ, ਕਿਉਂਕਿ ਮੈਂ ਤੁਹਾਨੂੰ ਥੋੜੇ ਜਿਹੇ ਪਿਛੋਕੜ ਜਿਹੀ ਕੋਈ ਚੀਜ਼ ਦੱਸਣਾ ਚਾਹਾਂਗਾ, RRSP ਦੇ ਵਿੱਚ ਇੱਕ ਕੰਟਰੀਬਿਊਸ਼ਨ ਕੀਤੀ ਜਾਂਦੀ ਹੈਗੀ ਆ। ਅਗਰ ਉਸ ਕੰਟਰੀਬਿਊਸ਼ਨ ਨੂੰ ਅਸੀਂ ਅੱਜ ਇਸ ਸਾਲ ਨਹੀਂ ਕਰਦੇ ਤਾਂ ਅਸੀਂ ਉਹਨੂੰ ਅੱਗੇ ਵੀ ਪਾ ਸਕਦੇ ਹਾਂ। ਯਾਨੀ ਕਿ ਅੱਜ ਅਗਰ ਮੇਰੀ ਆਮਦਨ ਘੱਟ ਹੈਗੀ ਆ, ਚਾਹਾਂ ਤਾਂ ਮੈਂ RRSP ਦੇ ਵਿੱਚ ਰਕਮ ਜਮ੍ਹਾਂ ਕਰਵਾ ਕੇ ਟੈਕਸ ਦੀ ਛੋਟ ਲੈ ਸਕਦਾ ਹੈਗਾ, ਪਰ ਅੱਜ ਉਸ ਦਾ ਫਾਇਦਾ ਸ਼ਾਇਦ ਉਨਾ ਨਹੀਂ ਹੋਵੇਗਾ ਜਿਹੜਾ ਸ਼ਾਇਦ ਆਉਣ ਵਾਲੇ ਸਾਲਾਂ ਦੇ ਵਿੱਚ ਜ਼ਿਆਦਾ ਹੋਵੇਗਾ। ਹੁਣ RRSP ਦੇ ਵਿੱਚ ਜਿਹੜਾ ਟੈਕਸ ਹੈਗਾ ਆ, ਠੀਕ ਹੈ, ਇਹ ਚੋਇਸ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਹਰ ਇੱਕ ਬੰਦਾ ਕਰ ਸਕਦਾ ਹੈਗਾ, ਲੇਕਿਨ ਪਲੈਨਿੰਗ ਇਸ ਚੀਜ਼ ਦੀ ਕਰਨ ਦੀ ਲੋੜ ਹੈਗੀ ਕਿ ਕੀ ਅੱਜ ਮੈਨੂੰ ਜ਼ਿਆਦਾ ਫਾਇਦਾ ਹੋ ਰਿਹਾ ਕਿ ਜਾਂ ਮੈਂ ਉਸ ਨੂੰ ਕੁਝ ਸਾਲਾਂ ਲਈ ਅੱਗੇ ਪਾਦਾ ਤੇ ਮੈਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ। ਤੁਸੀਂ ਜ਼ਿਆਦਾ ਫਾਇਦਾ ਦੀ ਗੱਲ ਕੀਤੀ ਹੈ, ਜ਼ਿਆਦਾ ਫਾਇਦਾ ਕਿਸ ਪੱਖੋਂ ਹੋ ਸਕਦਾ ਸਾਨੂੰ? ਕਿਉਂਕਿ
ਕਿਉਂਕਿ ਦੇਖੋ ਇਹ ਗੱਲ ਹੈ, ਇਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਕਿ ਤੁਹਾਡੀ ਕੁੱਲ ਆਮਦਨ ਦੇ ਵਿੱਚੋਂ ਉਹ ਰਕਮ ਨਿਕਲ ਜਾਵੇਗੀ ਜਿਹੜੀ ਤੁਸੀਂ ਆਰਐਸਪੀ 'ਚ ਕੰਟਰੀਬਿਊਟ ਕੀਤੀ ਆ। ਹੁਣ ਉਸ ਮੁਤਾਬਕ ਹੀ ਤੁਹਾਡਾ ਟੈਕਸ ਲੱਗਣਾ ਹੈਗਾ। ਹੁਣ ਜੇਕਰ ਤੁਹਾਡੀ ਆਮਦਨ ਜ਼ਿਆਦਾ ਹੈਗੀ ਆ ਔਰ ਤੁਸੀਂ ਇਹਦਾ ਮਤਲਬ ਕਿ ਹਾਇਰ ਟੈਕਸ ਸਲੈਬ ਦੇ ਵਿੱਚ ਆਉਂਦੇ ਹੈਗੇ ਹੋ, ਹੁਣ ਜੇਕਰ ਤੁਸੀਂ ਹਾਇਰ ਟੈਕਸ ਸਲੈਬ 'ਚ ਆਉਂਦੇ ਹੋ ਤੇ ਜਿਹੜੀ ਤੁਸੀਂ ਰਕਮ ਜਮ੍ਹਾਂ ਕਰਾਓਗੇ ਉਸ ਤੋਂ ਤੁਹਾਨੂੰ ਹਾਇਰ ਹੀ ਟੈਕਸ ਬਚੇਗਾ। ਹੁਣ ਜੇਕਰ ਤੁਹਾਡੀ ਆਮਦਨ ਘੱਟ ਹੈਗੀ ਆ ਤੇ ਤੁਸੀਂ ਉਸ ਦੇ ਵਿੱਚੋਂ ਆਰਐਸਪੀ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਸੀਂ ਲੋਅਰ ਟੈਕਸ ਬ੍ਰੈਕਟ 'ਚ ਹੈਗੇ ਹੋ ਤੇ ਤੁਹਾਨੂੰ ਉਸ ਦੇ ਵਿੱਚ ਘੱਟ ਬੈਨੀਫਿਟ ਹੋਵੇਗਾ। ਸੋ ਆਲਵੇਜ਼ ਸੁਜੈਸਟ ਇਹ ਕੀਤਾ ਜਾਂਦਾ ਹੈਗਾ ਕਿ ਅਗਰ ਤੁਸੀਂ ਇਹਨੂੰ ਪੋਸਟਪੋਨ ਕਰ ਸਕਦੇ ਹੋ ਤੇ ਜ਼ਰੂਰ ਕਰ ਲੈਣਾ ਚਾਹੀਦਾ ਹੈ। ਸਰ ਇਹਦੇ ਬਾਰੇ ਜ਼ਰੂਰ ਜਾਣਨਾ ਚਾਹਾਂਗੇ, ਜਿਵੇਂ ਆਰਐਸਪੀ 'ਚ ਗੱਲ ਹੁੰਦੀ ਹੈ ਕਿ ਕੰਟਰੀਬਿਊਸ਼ਨ ਦੀ ਹੁੰਦੀ ਹੈ, ਸੋ ਇੱਕ ਰੂਮ ਹੁੰਦਾ ਕਿ ਤੁਸੀਂ ਇੰਨਾ ਕੁ ਹੀ ਹਿੱਸਾ ਕੰਟਰੀਬਿਊਟ ਕਰ ਸਕਦੇ ਹੋ। ਸੋ ਆਮਦਨ ਦੀ ਕਿੰਨੀ ਕੁ ਤੁਸੀਂ ਪਰਸੈਂਟੇਜ ਜਿਹੜੀ ਹੈ ਕੰਟਰੀਬਿਊਟ ਕਰ ਸਕਦੇ ਹੋ? ਠੀਕ ਹੈ ਜੀ, ਇਹਦੇ ਵਿੱਚ ਇਹ ਹੈਗਾ ਕਿ ਜੋ ਬੇਸਿਕ ਰੂਲ ਹੈਗਾ ਉਹ ਹੈਗਾ ਕਿ 18% ਤੁਹਾਡੀ ਸੈਲਰੀ ਦਾ ਟੋਟਲ ਇਨਕਮ ਦਾ ਪਿਛਲੇ ਸਾਲ ਦੀ ਕਮਾਈ ਹੋਈ ਹੈ, ਜਾਂ ਉਹਨਾਂ ਨੇ ਇੱਕ ਲਿਮਿਟ ਤੈਅ ਕੀਤੀ ਜਿਹਦਾ ਹੁਣ ਸਾਲ 2021 ਦੇ ਵਿੱਚ ਜਿਹੜੀ ਹੈਗੀ ਆ $29,210 ਹੈਗੀ ਆ। 18% ਆਫ ਯਰ ਇਨਕਮ ਜਾਂ 29,210 ਦੇ ਵਿੱਚ ਜਿਹੜੀ ਚੀਜ਼ ਘੱਟ ਹੈਗੀ ਆ ਉਹ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ, ਜਾਂ ਫਿਰ ਪਿਛਲੇ ਸਾਲਾਂ ਦਾ ਕੰਟਰੀਬਿਊਸ਼ਨ ਰੂਮ ਅਗਰ ਕੋਈ ਜੁੜਿਆ ਹੋਇਆ ਹੈਗਾ, ਜਾਂ ਫਿਰ ਪੈਨਸ਼ਨ ਐਡਜਸਟਮੈਂਟਸ ਹੁੰਦੀਆਂ ਨੇ। ਫੋਰ ਐਗਜ਼ਾਮਪਲ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਕਿ EMPLOYER ਵੱਲੋਂ ਵੀ ਕੰਟਰੀਬਿਊਟਰੀ ਆਰਐਸਪੀ ਮਿਲਦੀ ਹੈਗੀ। ਹੁਣ ਅਗਰ ਜਿਹੜੇ ਉਹ ਕੰਟਰੀਬਿਊਟਰੀ ਜਾਂ ਮੈਚਿੰਗ ਆਰਐਸਪੀ ਹੁੰਦੀ ਹੈ ਉਹ ਵੀ ਉਹਨਾਂ ਦੀ ਟੋਟਲ ਆਰਐਸਪੀ ਕੰਟਰੀਬਿਊਸ਼ਨ ਚੋਂ ਨਿਕਲ ਜਾਂਦੀ ਹੈਗੀ, ਉਹ ਸਾਰਾ ਨੈਟ ਮਿਲਾ ਕੇ ਜਿਹੜੀ ਰਕਮ ਬਚਦੀ ਹੈ ਤੁਸੀਂ ਉਸ ਨੂੰ ਕੰਟਰੀਬਿਊਟ ਕਰ ਸਕਦੇ ਹੋ। ਯਾਨੀ ਕਿ ਤੁਹਾਡੀ ਆਮਦਨ ਦਾ 18% ਜਾਂ ਇੱਕ ਤੈਅਸ਼ੁਦਾ ਲਿਮਿਟ ਜਿਵੇਂ ਕਿ ਸਾਲ 2021 ਦੀ $29,210 ਜਾਂ ਫਿਰ ਪਿਛਲੇ ਸਾਲਾਂ ਦੀ ਅਗਰ ਕੋਈ ਕੰਟਰੀਬਿਊਸ਼ਨ ਰੂਮ ਹੈਗਾ ਉਹ ਮਿਲਾ ਕੇ ਜਿਹੜੀ ਰਕਮ ਬਚਦੀ ਹੈ ਉਹਨੂੰ ਤੁਸੀਂ ਕੰਟਰੀਬਿਊਸ਼ਨ ਰੂਮ 'ਚ ਪਾ ਸਕਦੇ ਹੋ। ਤੁਸੀਂ EMPLOYER ਦੀ ਗੱਲ ਕੀਤੀ ਹੈ ਜਿਨ੍ਹਾਂ ਕੋਲ ਆਲਰੇਡੀ ਇਹ ਹੈਗੀ ਆ ਸਿਸਟਮ ਕਿ EMPLOYER ਦੇ ਵੱਲੋਂ ਵੀ ਇਹ ਸਾਰਾ ਕੁਝ ਦਿੱਤਾ ਜਾ ਰਿਹਾ, ਕਿ ਉਹਨੂੰ ਪਰਸਨਲ ਤੌਰ ਦੇ ਉੱਤੇ ਆਪਣੀ ਕੋਈ ਨਵੀਂ ਲੈ ਸਕਦੇ ਨੇ ਇਹਦੇ ਵਿੱਚ? ਡੈਫੀਨਿਟਲੀ ਲੈ ਸਕਦੇ ਨੇ ਜੀ, ਔਰ ਰਿਕਮੈਂਡ ਵੀ ਕੀਤਾ ਜਾਂਦਾ ਹੈਗਾ ਕਿ ਕਈ ਵਾਰ ਇਹ ਚੀਜ਼ ਹੁੰਦੀ ਹੈ ਕਿ ਸਾਨੂੰ ਅਕਸਰ ਕੁਐਸਚਨਸ ਪੁੱਛੇ ਜਾਂਦੇ ਨੇ ਕਿ ਮੈਨੂੰ ਤਾਂ EMPLOYER ਤੋਂ ਕੰਟਰੀਬਿਊਟਰੀ ਆਰਐਸਪੀ ਹੈਗੀ ਹੈ, ਫਿਰ ਮੈਨੂੰ ਆਰਐਸਪੀ ਦੀ ਜ਼ਰੂਰਤ ਕੀ ਹੈਗੀ ਆ। ਦੇਖੋ ਇੱਕ ਤਾਂ ਕੰਟਰੀਬਿਊਸ਼ਨ ਦੀ ਜਿਹੜੀ ਹੈਗੀ ਹੈ ਲਿਮਿਟ, ਕਿਉਂਕਿ EMPLOYER ਆਮ ਤੌਰ ਤੇ 2 ਜਾਂ 3% ਨੂੰ ਮੈਚ ਕਰਦਾ ਹੈਗਾ। ਤੁਸੀਂ 3% ਤੁਹਾਡੀ ਇਨਕਮ ਦੇ ਵਿੱਚੋਂ ਆਰਐਸਪੀ 'ਚ ਕੰਟਰੀਬਿਊਟ ਹੋਇਆ, 3% ਹੀ EMPLOYER ਨੇ ਮੈਚ ਕਰ ਦੇਣਾ ਹੈਗਾ, ਜਿਹੜਾ ਕਿ ਟੋਟਲ 6% ਹੋਇਆ। ਲੇਕਿਨ ਹੋ ਸਕਦਾ ਹੈਗਾ ਕਿ ਉਸ ਦੀ ਜਿਹੜੀ ਹੈਗੀ ਆ ਉਹਦਾ ਕਾਰਪਸ ਜਾਂ ਉਹ ਟੋਟਲ ਜੁੜ ਕੇ ਉਹਨਾਂ ਫੰਡ ਨਾ ਬਣ ਸਕੇ ਜਿੰਨਾ ਤੁਹਾਨੂੰ ਰਿਟਾਇਰਮੈਂਟ ਤੇ ਚਾਹੀਦਾ ਹੈਗਾ। ਤੇ ਇਸ ਤੋਂ ਇਲਾਵਾ ਵੀ ਅਗਰ ਤੁਹਾਡੀ ਇਨਕਮ ਜ਼ਿਆਦਾ ਹੈਗੀ ਤਾਂ ਡੈਫੀਨਿਟਲੀ ਤੁਸੀਂ ਆਪਣਾ ਜਿਹੜਾ 6 ਤੋਂ ਲੈ ਕੇ 13% ਹੋਰ ਜਿਹੜਾ ਬਚਦਾ 18% ਤੱਕ ਪਹੁੰਚਣ ਦੀ ਉਨੀ ਕੰਟਰੀਬਿਊਸ਼ਨ ਤੁਸੀਂ ਕਰ ਸਕਦੇ ਹੋ ਔਰ ਕਰਨੀ ਚਾਹੀਦੀ ਹੈ। ਕੀ ਇਸ ਨੂੰ ਪੂਰੇ ਸਾਲ ਦਾ ਇਕੱਠਾ ਕੀਤਾ ਜਾ ਸਕਦਾ ਜਾਂ ਤੁਸੀਂ ਇਸ ਨੂੰ ਪਰ ਮੰਥ ਤੁਹਾਨੂੰ ਕਰਨਾ ਜ਼ਰੂਰੀ ਹੈ? ਦੇਖੋ ਇੱਕ ਅਸੀਂ ਨਾਰਮਲ ਗੱਲ ਕਰਦੇ ਹਾਂ ਉਹਨੂੰ ਡਾਲਰ ਕਾਸਟ ਐਵਰੇਜਿੰਗ ਕਹਿੰਦੇ ਹੈਗੇ ਆ। ਡਾਲਰ ਕਾਸਟ ਐਵਰੇਜਿੰਗ ਦੇ ਮਤਲਬ ਕੀ ਹੈਗਾ ਕਿ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪਾਰਟਸ ਦੇ ਵਿੱਚ ਕਰ ਰਹੇ ਹੋ, ਨਾ ਕਿ ਤੁਸੀਂ ਲੰਪਸਮ ਕਰ ਰਹੇ ਹੋ। ਲੰਪਸਮ ਦੇ ਵਿੱਚ ਕਰਨ ਦਾ ਕੀ ਹੁੰਦਾ ਕਿ ਤੁਸੀਂ ਅੱਜ ਫੋਰ ਐਗਜ਼ਾਮਪਲ ਤੁਹਾਡੇ ਕੋਲ $1,00,000 ਹੈ, ਤੁਸੀਂ $1,00,000 ਅੱਜ ਹੀ ਇਨਵੈਸਟ ਕਰ ਦਿੱਤਾ, ਮਾਰਕੀਟ ਕੰਡੀਸ਼ਨਸ ਕਿਸੇ ਵਜ੍ਹਾ ਨਾਲ ਤੁਹਾਡੇ ਫੇਵਰੇਬਲ ਨਾ ਹੋਈਆਂ, ਮਾਰਕੀਟ ਨੀਚੇ ਗਿਰ ਗਈ, ਤੁਹਾਡਾ $1,00,000 ਦੇ ਉੱਤੇ ਡਾਇਰੈਕਟ ਇੰਪੈਕਟ ਉਸੇ ਵੇਲੇ ਪੈ ਜਾਵੇਗਾ। ਲੇਕਿਨ ਜੇਕਰ ਤੁਸੀਂ ਡਾਲਰ ਕਾਸਟ ਐਵਰੇਜਿੰਗ ਕਰਦੇ ਹੋ, ਹਰ ਮਹੀਨੇ ਉਹਨੂੰ ਡਿਸਟ੍ਰੀਬਿਊਟ ਕਰਕੇ ਕਰਦੇ ਹੋ, ਤਾਂ ਕਿਸੇ ਮਹੀਨੇ ਤੁਹਾਡੀ ਜਿਹੜੀ ਮਾਰਕੀਟ ਅਪ ਹੈਗੀ ਹੈ, ਕਿਸੇ ਮਹੀਨੇ ਮਾਰਕੀਟ ਡਾਊਨ ਹੈਗੀ ਹੈ। ਉਹਦੇ ਨਾਲ ਕੀ ਹੁੰਦਾ ਹੈਗਾ ਕਿ ਤੁਹਾਨੂੰ ਘਾਟੇ ਦਾ ਵੀ ਫਾਇਦਾ ਹੋ ਗਿਆ ਤੇ ਅਗਰ ਜਦੋਂ ਵਾਧਾ ਹੈਗਾ ਤਦ ਵੀ ਤੁਸੀਂ ਫਾਇਦਾ ਲੈ, ਯਾਨੀ ਕਿ ਘਾਟੇ ਵੇਲੇ ਜ਼ਿਆਦਾ ਘਟੇ ਨਹੀਂ ਪਰ ਫਾਇਦੇ ਵੇਲੇ ਤੁਹਾਨੂੰ ਉਸ ਦਾ ਫਾਇਦਾ ਮਿਲ ਗਿਆ। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਸ ਵਕਤ ਆਰਐਸਪੀ ਦੇ ਬਾਰੇ ਵਿੱਚ, ਆਪਣੇ ਦਰਸ਼ਕਾਂ ਨੂੰ ਵੀ ਕਵਾਂਗੇ ਤੁਹਾਡਾ ਕੋਈ ਸਵਾਲ ਹੈਗਾ ਟੈਕਸ ਸੇਵਿੰਗ ਨੂੰ ਲੈ ਕੇ, ਸੋ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮਸ ਤੁਸੀਂ ਕਾਲ ਕਰ ਸਕਦੇ ਹੋ। ਪਰ ਇੱਕ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਤੇ ਆਰਐਸਪੀ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਤੇ ਵਿਕਰਮ ਜੀ ਨਾਲ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਟੈਕਸ ਸੇਵਿੰਗ ਦੇ ਬਾਰੇ ਵਿੱਚ ਤੇ ਆਰਆਰਐਸਪੀ ਦੀ ਡਿਟੇਲ ਵਿੱਚ ਜਾਣਕਾਰੀ ਲੈ ਰਹੇ ਹਾਂ। ਸੋ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਵਿਕਰਮ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਵੇਂ ਆਰਆਰਐਸਪੀ ਦੇ ਬਾਰੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ, ਸੋ ਜਿਵੇਂ ਕਈਆਂ ਦੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਆਰਐਸਪੀ ਅਜੇ ਓਪਨ ਹੀ ਨਹੀਂ ਕਰਵਾਈ ਹੈਗੀ, ਸੋ ਜੇ ਅਸੀਂ ਪਿਛਲੇ ਸਮੇਂ ਦੇ ਮੁਤਾਬਿਕ ਆਪਣਾ ਰੂਮ ਦੇਖੀਏ, ਹੁਣ ਜੇ ਅਸੀਂ ਕਰਵਾਉਂਦੇ ਹਾਂ ਤਾਂ ਕਿੰਨੀ ਕੰਟਰੀਬਿਊਸ਼ਨ ਕੀਤੀ ਜਾ ਸਕਦੀ ਹੈ? ਦੇਖੋ ਜਿੱਦਾਂ ਅਸੀਂ ਜਿਹੜੇ ਸਵਾਲ ਤੁਸੀਂ ਪੁੱਛ ਰਹੇ ਹੋ ਸ਼ਾਇਦ ਤੁਸੀਂ ਉਹਦਾ ਰੈਫਰੈਂਸ TFSA ਤੋਂ ਲੈ ਰਹੇ ਹੋ, ਕਿਉਂਕਿ TFSA ਦੇ ਵਿੱਚ ਅਸੀਂ ਡਿਸਕਸ ਆਮ ਤੌਰ ਤੇ ਕਰਦੇ ਹਾਂ ਕਿ ਅਗਰ ਤੁਸੀਂ ਪਿਛਲੇ ਸਾਲਾਂ 'ਚ ਕੰਟਰੀਬਿਊਟ ਨਹੀਂ ਕੀਤਾ ਤਾਂ ਇੱਕ ਫਿਕਸ ਇਨਕਮ ਤੁਹਾਡੀ ਵੱਧਦੀ ਜਾਵੇਗੀ। ਲੇਕਿਨ ਜਿਹੜਾ ਆਰਐਸਪੀ ਦਾ ਕੰਟਰੀਬਿਊਸ਼ਨ ਰੂਮ ਹੈ ਥੋੜਾ ਡਿਫਰੈਂਟ ਤਰੀਕੇ ਨਾਲ ਕੰਮ ਕਰਦਾ, ਕਿਉਂਕਿ ਆਰਐਸਪੀ ਕੰਟਰੀਬਿਊਸ਼ਨ ਰੂਮ ਲਈ ਪਹਿਲੇ ਇਹ ਚੀਜ਼ ਹੈਗੀ ਕਿ ਤੁਹਾਡੀ ਕੈਨੇਡਾ ਵਿੱਚ ਅਰਨਡ ਇਨਕਮ ਹੋਣੀ ਚਾਹੀਦੀ ਪਲੱਸ ਤੁਹਾਡਾ ਟੈਕਸ ਰਿਟਰਨ ਫਾਈਲ ਕੀਤੀ ਹੋਣੀ ਚਾਹੀਦੀ, ਯਾਨੀ ਕਿ ਇਹ ਅੰਦਾਜ਼ਾ ਹੋਣਾ ਚਾਹੀਦਾ ਜਾਂ CRA ਕੋਲ ਰੈਕੋਰਡ ਹੋਣਾ ਚਾਹੀਦਾ ਕਿ ਤੁਸੀਂ ਪਿਛਲੇ ਸਾਲ ਕਿੰਨੀ ਇਨਕਮ ਕਮਾਈ ਸੀ, ਕਿਉਂਕਿ ਉਸ ਦਾ ਹੀ 18% ਤੁਸੀਂ ਜਮ੍ਹਾਂ ਕਰਵਾ ਸਕਦੇ ਹੋ। ਯਾਨੀ ਕਿ ਉਹਨੇ ਇੱਕ ਨਵਾਂ ਇਮੀਗ੍ਰੈਂਟ ਹੈਗਾ, ਅਗਰ ਉਹ ਸਿੱਧਾ ਆਂਦਾ ਹੈਗਾ ਇੱਥੇ ਪਹਿਲੇ ਸਾਲ, ਉਹ ਅਗਰ ਚਾਹੇਗਾ ਕਿ ਬਿਨਾਂ ਟੈਕਸ ਫਾਈਲ ਕੀਤੇ ਆਰਐਸਪੀ ਖੁਲਵਾ ਲੇਗਾ, ਨਹੀਂ ਖੁੱਲੇਗੀ। ਇਹਦਾ ਮਤਲਬ ਕਿ ਹੁਣ ਜਿਹੜਾ ਕੰਟਰੀਬਿਊਸ਼ਨ ਰੂਮ ਹੈਗਾ ਤੁਹਾਡੇ ਪਹਿਲੇ ਸਾਲ ਜਿਹੜੀ ਤੁਸੀਂ ਜਦੋਂ ਆ ਕੇ ਪਹਿਲੀ ਟੈਕਸ ਫਾਈਲ ਕੀਤੀ ਹੈ ਉਸ ਵੇਲੇ ਜਿਹੜੀ ਤੁਹਾਡੀ ਆਮਦਨ ਸੀ ਉਸ ਮੁਤਾਬਕ ਤੁਹਾਡਾ ਆਰਐਸਪੀ ਰੂਮ ਬਣੇਗਾ। ਹੁਣ ਆਮ ਤੌਰ ਤੇ ਤੁਸੀਂ ਨੋਟਿਸ ਆਫ ਅਸੈਸਮੈਂਟ ਜਾਂ ਜਦੋਂ ਤੁਸੀਂ CRA ਦੀ ਵੈਬਸਾਈਟ ਤੇ ਜਾਂਦੇ ਹੋ ਤੁਸੀਂ ਦੇਖਦੇ ਹੋ ਕਿ ਉੱਤੇ
ਤੁਹਾਡਾ ਆਰਆਰਐਸਪੀ ਕੰਟਰੀਬਿਊਸ਼ਨ ਰੂਮ ਤੇ TFSA ਕੰਟਰੀਬਿਊਸ਼ਨ ਦੋਨੋਂ ਦਿੱਤੇ ਹੁੰਦੇ ਨੇ ਤੇ ਜਦੋਂ ਤੁਸੀਂ ਆਏ ਇੱਕੋ ਸਮੇਂ ਤੇ ਆਇਓ ਯਾਨੀ ਕਿ ਮੰਨ ਲਓ ਕਿਸੇ ਵੀ ਸਾਲ ਨੂੰ ਅਸੀਂ ਚੁਣ ਲੈਂਦੇ ਹਾਂ ਤੇ ਤੁਹਾਡੀ TFSA ਦੀ ਕੰਟਰੀਬਿਊਸ਼ਨ ਜ਼ਿਆਦਾ ਹੁੰਦੀ ਹੈ, ਰੂਮ ਜ਼ਿਆਦਾ ਹੁੰਦਾ, ਆਰਆਰਐਸਪੀ ਦਾ ਰੂਮ ਉਹਨਾਂ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਅਕਸਰ ਆਮ ਤੌਰ ਤੇ ਕੀ ਹੁੰਦਾ ਕਿ ਇਨੀਸ਼ੀਅਲੀ ਸਾਲਾਂ ਦੇ ਵਿੱਚ ਸਾਡੀ ਆਮਦਨ ਉਨੀ ਨਹੀਂ ਹੁੰਦੀ ਆਰਆਰਐਸਪੀ ਦੀ ਵੀ ਤਾਂ ਕਿ ਆਰਆਰਐਸਪੀ ਦਾ 18% ਬਹੁਤ ਵੱਡੀ ਰਕਮ ਬਣ ਜਾਵੇ। ਸੋ ਇਹ ਹੈਗਾ ਕਿ ਆਰਆਰਐਸਪੀ ਦੇ ਵਿੱਚ ਕੰਟਰੀਬਿਊਸ਼ਨ ਰੂਮ ਜਿਹੜਾ ਹੈਗਾ ਜਦੋਂ ਤੁਸੀਂ ਟੈਕਸ ਫਾਈਲ ਕਰਦੇ ਹੋ ਪਹਿਲੀ ਵਾਰੀ ਬਣਨਾ ਸ਼ੁਰੂ ਹੁੰਦਾ ਹੈ ਤੇ ਤੁਹਾਡੀ ਆਮਦਨ ਦੇ ਮੁਤਾਬਕ ਉਹ ਹਰ ਸਾਲ ਜਦੋਂ ਤੁਸੀਂ ਟੈਕਸ ਰਿਟਰਨ ਫਾਈਲ ਕਰੀ ਜਾਓਗੇ ਉਹ ਵੱਧਦਾ ਜਾਵੇਗਾ। ਅਜਿਹੇ ਸਮੇਂ 'ਚ ਹੁਣ ਜਿਵੇਂ ਚੱਲ ਰਿਹਾ ਹਾਲਾਤ ਚੱਲਦੇ ਆ ਜਾਂ ਹੁਣ ਹਰ ਕੋਈ ਸੋਚ ਰਿਹਾ ਵਾ ਕਿ ਟੈਕਸ ਸੇਵ ਕੀਤਾ ਜਾ ਸਕੇ, ਜੇ ਤੁਸੀਂ ਸਲਾਹ ਦੇਣਾ ਚਾਹੋ ਤਾਂ ਕੀ ਆਰਆਰਐਸਪੀ ਇਸ ਵਕਤ ਇਨਵੈਸਟ ਕਰਨਾ ਇਹਦੇ ਵਿੱਚ ਸਹੀ ਹੈ? ਡੈਫੀਨਿਟਲੀ ਜੀ ਆਰਆਰਐਸਪੀ ਜੇ ਫਿਰ ਉਹੀ ਗੱਲ ਹੈ ਕਿ ਜੇ ਤਾਂ ਉਹਨਾਂ ਦੀ ਉਹ ਇਨਕਮ ਟੈਕਸ ਸਲੈਬ ਦੇ ਵਿੱਚ ਆਉਂਦੇ ਨੇ ਜਿੱਥੇ ਕਿ ਦੇਖੋ ਆਰਆਰਐਸਪੀ ਦੇ ਵਿੱਚ ਟੈਕਸ ਸੇਵਿੰਗ ਦੋ ਤਰੀਕੇ ਨਾਲ ਹੁੰਦੀ ਹੈ। ਇੱਕ ਮੈਂ ਤੁਹਾਨੂੰ ਕਿਹਾ ਸੀ ਡਾਇਰੈਕਟ ਜਿਹੜੇ ਹੈ ਤੁਹਾਡੀ ਆਮਦਨ ਦੇ ਵਿੱਚੋਂ ਉਹ ਰਕਮ ਨਿਕਲ ਜਾਂਦੀ ਹੈ। ਉਹਦਾ ਦੂਸਰਾ ਇੱਕ ਇੰਪੈਕਟ ਇਹ ਪੈਂਦਾ ਹੈਗਾ ਕਿ ਤੁਸੀਂ ਆਪਣੀ ਟੈਕਸ ਸਲੈਬ ਨੂੰ ਵੀ ਲੋਅਰ ਕਰ ਸਕਦੇ ਹੋ। ਫੋਰ ਐਗਜ਼ਾਮਪਲ ਤੁਸੀਂ ਥ੍ਰੈਸ਼ਹੋਲਡ ਟੈਕਸ ਸਲੈਬ ਤੇ ਹੈਗੇ ਜਿੱਥੇ ਕਿ $1000 ਵੀ ਐਕਸਟਰਾ ਤੁਹਾਡੀ ਆਮਦਨ ਹੋ ਜਾਂਦੀ ਹੈ ਤੇ ਤੁਹਾਡੀ ਟੈਕਸ ਸਲੈਬ ਚੇਂਜ ਹੋ ਜਾਂਦੀ ਹੈ। ਹੁਣ ਤੁਸੀਂ ਅਗਰ ਉਹੀ ਪੈਸਾ ਆਰਆਰਐਸਪੀ ਚ ਕੰਟਰੀਬਿਊਟ ਕਰਦੇ ਹੋ ਤਾਂ ਤੁਹਾਡੀ ਆਮਦਨ ਘਟ ਜਾਂਦੀ, ਤੁਹਾਡੀ ਟੈਕਸ ਸਲੈਬ ਵੀ ਚੇਂਜ ਹੋ ਜਾਂਦੀ ਹੈ। ਸੋ ਇਹ ਆਪਾਂ ਨੂੰ ਬੈਠ ਕੇ ਦੇਖਣਾ ਚਾਹੀਦਾ ਹੈਗਾ ਜਿਸ ਵੀ ਅਕਾਊਂਟੈਂਟ ਦੇ ਨਾਲ ਜਾਂ ਕਿਸੇ ਫਾਈਨੈਂਸ਼ੀਅਲ ਪਲੈਨਰ ਦੇ ਨਾਲ ਜਾਂ ਕਿਸੇ ਐਡਵਾਈਜ਼ਰ ਨਾਲ ਬੈਠ ਕੇ ਕਿ ਤੁਹਾਡੀ ਉਹ ਆਮਦਨ ਦਾ ਕਿਸ ਤਰੀਕੇ ਨਾਲ ਉਸ ਨੂੰ ਲੋਅਰ ਕੀਤਾ ਜਾ ਸਕਦਾ ਆਰਐਸਪੀ ਚ ਕੰਟਰੀਬਿਊਟ ਕਰਕੇ। ਜੇਕਰ ਸਾਨੂੰ ਲੱਗਦਾ ਹੈਗਾ ਕਿ ਮੇਰੀ ਟੈਕਸ ਸਲੈਬ ਡਾਊਨ ਹੁੰਦੀ ਹੈਗੀ ਹੈ ਤਾਂ ਡੈਫੀਨਿਟਲੀ ਆਰਐਸਪੀ ਬਹੁਤ ਅੱਛੀ ਚੋਇਸ ਹੈਗੀ ਹੈ ਕਿਉਂਕਿ ਉਹਦੇ ਨਾਲ ਤੁਸੀਂ 10 ਜਾਂ 15% ਟੈਕਸ ਦਾ ਹੀ ਸੇਵ ਕਰ ਲਵੋਗੇ। ਸੋ ਇੱਕ ਤਾਂ ਹੋ ਗਿਆ ਕਿ ਜੇ EMPLOYERS ਕਰਕੇ ਦਿੰਦੇ ਆ ਉਹ ਤਾਂ ਆਰਐਸਪੀ ਹੋਗੀ, ਜੇ ਆਪਾਂ ਦੂਸਰੀ ਲੈਂਦੇ ਆ ਤਾਂ ਉਹ ਸੈਕਿੰਡ ਸਾਡੀ ਆਰਐਸਪੀ ਹੋਗੀ ਜਿਹੜੀ ਅਸੀਂ ਆਪਣੇ ਪਰਸਨਲ ਬਿਹਾਫ ਤੇ ਲਿਆ। ਕਿ ਇਸ ਤੋਂ ਇਲਾਵਾ ਵੀ ਹੋਰ ਆਰਐਸਪੀ ਵੀ ਅਸੀਂ ਲੈ ਸਕਦੇ ਹਾਂ? ਕਿੰਨੇ ਕਿਸ ਦੇ ਅਕਾਊਂਟ ਖੁਲਵਾ ਸਕਦੇ ਹਾਂ ਅਸੀਂ? ਆਰਐਸਪੀ ਦੇ ਅਣਗਿਣਤ ਅਕਾਊਂਟ ਖੁਲਵਾ ਸਕਦੇ ਹਾਂ ਜੀ। ਉਹਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ ਹੈਗੀ ਕਿ ਤੁਸੀਂ ਜਿੰਨੇ ਚਾਹੇ ਅਕਾਊਂਟ ਖੁਲਵਾ ਸਕਦੇ ਕਿਉਂਕਿ ਦੇਖੋ ਆਰਐਸਪੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਇੰਸਟਰੂਮੈਂਟਸ ਹੈਗੇ ਜਿੱਥੇ ਤੁਸੀਂ ਇਨਵੈਸਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਚਾਹੋ ਕਿ ਮੈਂ ਹਰ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਜੋ ਇਹਦੇ ਵਿੱਚ ਕੁਆਲੀਫਾਈਡ ਇਨਵੈਸਟਮੈਂਟਸ ਹੈਗੀਆਂ ਨੇ ਤਾਂ ਤੁਸੀਂ ਆਰਐਸਪੀ ਦੇ ਜਿੰਨੇ ਮਰਜ਼ੀ ਚਾਹੇ ਅਕਾਊਂਟ ਖੁਲਵਾ ਸਕਦੇ ਹੋ। ਇਨਵੈਸਟਮੈਂਟਸ ਤੇ ਤੁਸੀਂ ਗੱਲ ਕੀਤੀ ਹੈ, ਕਿਵੇਂ ਦੀਆਂ ਇਨਵੈਸਟਮੈਂਟਸ ਅਸੀਂ ਕਰ ਸਕਦੇ ਹਾਂ? ਜਿਵੇਂ ਕਿ ਅਸੀਂ GICs ਹੋ ਗਏ, ਸਟਾਕਸ ਹੋ ਗਏ, ਮਿਊਚੁਅਲ ਫੰਡਸ ਹੋ ਗਏ, ਸੈਗਰੀਗੇਟਡ ਫੰਡਸ ਹੋ ਗਏ, ਕੈਸ਼ ਹੋ ਗਿਆ, ਇਸ ਤੋਂ ਬਾਅਦ ETFs ਹੋ ਗਏ, ਟ੍ਰੈਜਰੀ ਬਿਲਸ ਹੋ ਗਏ, ਇਹ ਸਾਰੀਆਂ ਚੀਜ਼ਾਂ 'ਚ ਅਸੀਂ ਇਨਵੈਸਟ ਕਰ ਸਕਦੇ ਹਾਂ। ਆਮ ਤੌਰ ਤੇ ਆਰਆਰਐਸਪੀ ਨੂੰ ਏਜ ਨਾਲ ਬੜਾ ਲਿੰਕ ਕਰਕੇ ਦੇਖਿਆ ਜਾਂਦਾ ਹੈ। ਸੋ ਜੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਟੈਕਸ ਸੇਵ ਕਰ ਸਕਦੇ ਹੋ ਜੇ ਇਹਦੇ ਵਿੱਚ ਕਿ ਇੱਕ ਯੂਥ ਜੇਕਰ ਇੱਥੇ ਆਉਂਦਾ ਆ ਉਹ ਵੀ ਆਰਆਰਐਸਪੀ ਦੇ ਵਿੱਚ ਇਨਵੈਸਟ ਕਰ ਸਕਦਾ ਜੇਕਰ ਉਹਦੀ ਠੀਕ ਠਾਕ ਇਨਕਮ ਹੋਵੇ ਤਾਂ? ਡੈਫੀਨਿਟਲੀ ਵੈਸੇ ਤਾਂ ਇਹਦਾ ਕੋਈ ਤਰ੍ਹਾਂ ਜੀ ਕੋਈ ਥ੍ਰੈਸ਼ਹੋਲਡ ਨਹੀਂ ਹੈਗਾ, ਮਿਨੀਮਮ ਥ੍ਰੈਸ਼ਹੋਲਡ ਮੈਂ ਕਹਾਂ ਕਿ ਨਹੀਂ ਇਸ ਤੋਂ ਬਾਅਦ ਤੁਹਾਨੂੰ ਕਰਵਾਉਣੀ ਚਾਹੀਦੀ ਹੈਗੀ ਆ, ਲੇਕਿਨ ਫਿਰ ਵੀ ਇੱਕ ਜਨਰਲ ਰੂਲ ਹੈਗਾ ਕਿ ਅਰਾਊਂਡ ਅਗਰ ਤੁਸੀਂ 50,000 ਨੂੰ ਕ੍ਰਾਸ ਕਰ ਜਾਂਦੇ ਹੋ ਤਾਂ ਫਿਰ ਇਹਨੂੰ ਕਰਵਾਉਣਾ ਜ਼ਿਆਦਾ ਪ੍ਰੈਕਟੀਕਲ ਹੈਗਾ। ਉਹ ਕਿਵੇਂ ਮੈਂ ਦੱਸਦਾ ਕਿਉਂਕਿ ਆਰਆਰਐਸਪੀ ਦੇ ਵਿੱਚ ਜਦੋਂ ਤੁਸੀਂ ਰਕਮ ਜਮ੍ਹਾਂ ਕਰਵਾਓਗੇ ਤਾਂ ਤੁਹਾਨੂੰ ਟੈਕਸ ਦੀ ਛੋਟ ਮਿਲੇਗੀ। ਹੁਣ ਜਦੋਂ ਤੁਸੀਂ ਜਦੋਂ ਆਰਐਸਪੀ ਚੋਂ ਵਿਡਰਾ ਕਰਵਾਓਗੇ ਤਾਂ ਤੁਹਾਨੂੰ ਟੈਕਸ ਦੇਣਾ ਪਵੇਗਾ। ਹੁਣ ਪਹਿਲੇ ਤੁਸੀਂ ਟੈਕਸ ਦੀ ਛੋਟ ਲੈ ਲਈ, ਉਸ ਤੋਂ ਬਾਅਦ ਤੁਸੀਂ ਜਦੋਂ ਵਿਡਰਾ ਕਰਾਇਆ ਰਿਟਾਇਰਮੈਂਟ ਤੇ ਤਾਂ ਤੁਹਾਨੂੰ ਉਸ ਵੇਲੇ ਟੈਕਸ ਦੇਣਾ ਪਵੇਗਾ। ਸਿਰਫ ਇਹ 'ਚ ਪਲੈਨਿੰਗ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਜਮ੍ਹਾਂ ਕਰਵਾ ਰਹੇ ਹੋ ਤੁਹਾਡੀ ਇਨਕਮ ਟੈਕਸ ਸਲੈਬ ਜ਼ਿਆਦਾ ਹੈਗੀ ਜਾਂ ਤੁਸੀਂ ਜ਼ਿਆਦਾ ਇਨਕਮ ਟੈਕਸ ਦੇ ਰਹੇ ਹੋ, ਲੇਕਿਨ ਜਦੋਂ ਕਢਵਾਓਗੇ ਤਾਂ ਤੁਹਾਡਾ ਇਨਕਮ ਟੈਕਸ ਘੱਟ ਲੱਗੇਗਾ। ਹੁਣ ਜੇਕਰ ਤੁਸੀਂ ਪਹਿਲੇ ਹੀ ਘੱਟ ਇਨਕਮ ਟੈਕਸ ਤੇ ਬੈਠੇ ਹੋ ਔਰ ਕਢਵਾਉਣ ਵੇਲੇ ਵੀ ਤੁਸੀਂ ਉਹੀ ਇਨਕਮ ਟੈਕਸ ਦੇ ਰਹੇ ਹੋ ਤਾਂ ਫਿਰ ਤੁਹਾਨੂੰ ਉਸ ਦਾ ਕੋਈ ਬਹੁਤ ਜ਼ਿਆਦਾ ਵੱਡਾ ਫਾਇਦਾ ਨਹੀਂ ਹੋਵੇਗਾ ਐਕਸੈਪਟ ਕਿ ਟੈਕਸ ਡਿਫਰਡ ਗਰੋਥ ਹੋ ਰਹੀ ਹੈ। ਬਿਲਕੁਲ। ਲੇਕਿਨ ਜੇਕਰ ਤੁਸੀਂ ਹਾਇਰ ਟੈਕਸ ਸਲੈਬ 'ਚ ਹੈਗੇ, ਫੋਰ ਐਗਜ਼ਾਮਪਲ ਮੈਂ ਮੰਨ ਕੇ ਚੱਲਦਾ ਕਿ 50,000 ਜਾਂ 60,000 ਆਮਦਨ ਹੈਗੀ ਹੈ, ਡੈਫੀਨਿਟਲੀ ਤੁਸੀਂ ਹਾਇਰ ਟੈਕਸ ਸਲੈਬ 'ਚ ਹੋਗੇ ਕਿਉਂਕਿ ਰਿਟਾਇਰਮੈਂਟ ਵੇਲੇ ਤੁਹਾਡੀ ਆਮਦਨ 50-60,000 ਤੋਂ ਘੱਟ ਹੋਵੇਗੀ ਜੇ ਅਗਰ ਅਸੀਂ ਸਿਰਫ ਗਵਰਨਮੈਂਟ ਦੀਆਂ ਪੈਨਸ਼ਨਸ ਦੇ ਉੱਤੇ ਸਰਵਾਈਵ ਕਰਦੇ ਹਾਂ। ਤਾਂ ਉਸ ਵੇਲੇ ਫਿਰ ਇਹ ਪ੍ਰੈਕਟੀਕਲ ਹੈਗਾ ਕਿ ਅਗਰ ਅੱਜ ਆਮਦਨ ਜ਼ਿਆਦਾ ਹੈਗੀ ਹੈ 50-60-70,000 ਹੈਗੀ ਹੈ, ਡੈਫੀਨਿਟਲੀ ਆਰਐਸਪੀ ਇਜ਼ ਅ ਗੁੱਡ ਚੋਇਸ ਹੈ। ਜਿਵੇਂ ਤੁਸੀਂ ਕਿਹਾ ਕਿ ਮਲਟੀਪਲ ਅਸੀਂ ਲੈ ਸਕਦੇ ਹਾਂ ਆਰਐਸਪੀ, ਤਾਂ ਇਹਦਾ ਕੀ ਕੋਈ ਫਾਇਦਾ ਜਾਂ ਨੁਕਸਾਨ ਵੀ ਹੋ ਸਕਦਾ ਸਾਨੂੰ? ਫਾਇਦਾ ਤਾਂ ਜਿਵੇਂ ਮੈਂ ਦੱਸਿਆ ਕਿ ਤੁਸੀਂ ਆਪਣੀ ਇਨਵੈਸਟਮੈਂਟਸ ਨੂੰ ਅਲੱਗ-ਅਲੱਗ ਇੰਸਟਰੂਮੈਂਟਸ 'ਚ ਪਾ ਸਕਦੇ ਹੋ, ਪਰ ਨੁਕਸਾਨ ਵੈਸੇ ਡਾਇਰੈਕਟ ਨੁਕਸਾਨ ਤਾਂ ਨਹੀਂ ਹੈ, ਲੇਕਿਨ ਇੱਕ ਚੀਜ਼ ਦਾ ਜ਼ਰੂਰ ਨੁਕਸਾਨ ਹੈ ਕਿ ਜਦੋਂ ਮੇਰੇ ਕੋਲ ਬਹੁਤ ਜ਼ਿਆਦਾ ਅਕਾਊਂਟਸ ਹੋ ਜਾਣਗੇ ਤਾਂ ਫਿਰ ਉਸ ਦਾ ਹਿਸਾਬ ਕਿਤਾਬ ਰੱਖਣਾ ਮੁਸ਼ਕਲ ਹੋ ਸਕਦਾ ਜਿਸ ਨਾਲ ਕਿ ਓਵਰ ਕੰਟਰੀਬਿਊਸ਼ਨ ਦਾ ਡਰ ਰਹਿੰਦਾ ਹੈ। ਕਿਉਂਕਿ ਜੇ ਮੈਂ 10 ਜਗ੍ਹਾ ਅਕਾਊਂਟ ਖੁਲਵਾ ਲਏ ਤਾਂ ਹਰ ਇੱਕ ਜਗ੍ਹਾ ਤੇ ਮੈਂ ਕੰਟਰੀਬਿਊਟ ਕਰ ਰਿਹਾ ਹੈਗਾ ਤਾਂ ਲਾਸਟ ਵਿੱਚ ਜਾ ਕੇ ਅਗਰ ਮੈਂ ਇਹ ਐਨਾਲਿਸਿਸ ਨਹੀਂ ਕਰ ਪਾਇਆ, ਜੋੜ ਨਹੀਂ ਕਰ ਪਾਇਆ ਕਿ ਮੈਂ ਕਿੰਨੀ ਜਮ੍ਹਾਂ ਕਰਵਾਤੀ ਹੈ ਰਕਮ, ਤਾਂ ਅਗਰ ਉਹ ਓਵਰ ਕੰਟਰੀਬਿਊਸ਼ਨ ਹੋ ਜਾਂਦੀ ਹੈ ਤਾਂ ਫਿਰ ਉਸ ਤੇ ਪੈਨਲਟੀ ਲੱਗਦੀ ਹੈ। ਪੈਨਲਟੀ? ਹਾਂਜੀ। ਕਿਸ ਟਾਈਪ ਦੀ ਪੈਨਲਟੀ ਲੱਗ ਸਕਦੀ ਹੈ? ਉਹਦੇ ਵਿੱਚ ਹੈਗੀ ਵੈਸੇ ਤਾਂ ਆਰਐਸਪੀ ਦੇ ਉੱਤੇ $2,000 ਦੀ ਛੋਟ ਹੈਗੀ ਹੈ ਕਿ $2,000 ਤੱਕ ਮੈਂ ਉਹਨੂੰ ਓਵਰ ਕੰਟਰੀਬਿਊਟ ਕਰ ਸਕਦਾ ਹੈ, ਪਰ ਜਦੋਂ $2,000 ਤੋਂ ਉੱਪਰ ਕੰਟਰੀਬਿਊਸ਼ਨ ਹੋ ਜਾਂਦੀ ਹੈ ਦੈਨ 1% ਹਰ ਮੰਥ ਦੇ ਹਿਸਾਬ ਨਾਲ ਪੈਨਲਟੀ ਲੱਗਣੀ ਸ਼ੁਰੂ ਹੋ ਜਾਂਦੀ ਜਦ ਤੱਕ ਉਹ ਵਾਧੂ ਰਕਮ ਸਾਡੇ ਅਕਾਊਂਟ ਵਿੱਚ ਰਹਿੰਦੀ ਹੈ। ਸਪੋਜ਼ ਕਿ ਮੈਂ ਆਰਐਸਪੀ ਦਾ ਅਕਾਊਂਟ ਖੁਲਵਾਇਆ ਤੇ ਮੈਂ 2 ਸਾਲ ਤੱਕ ਮੇਰੀ ਇਨਕਮ ਸੀ ਤੇ ਮੈਂ ਉਸ ਦੇ ਵਿੱਚ ਕੰਟਰੀਬਿਊਟ ਕਰਦੀ ਰਹੀ ਹਾਂ, ਪਰ ਅੱਗੇ ਚੱਲ ਕੇ ਮੇਰੀ ਇਨਕਮ ਉਸ ਲੈਵਲ ਤੱਕ ਨਹੀਂ ਰਹੀ ਤੇ ਮੈਂ ਕੰਟਰੀਬਿਊਟ ਨਹੀਂ ਕਰ ਸਕੀ ਹੈਗੀ, ਕੀ ਮੈਂ ਉਸ ਨੂੰ ਹੋਲਡ ਕਰਵਾ ਸਕਦੀ ਹਾਂ ਜਾਂ ਮੈਨੂੰ ਆਪਣਾ ਅਕਾਊਂਟ ਬੰਦ ਕਰਵਾਉਣਾ ਪਏਗਾ ਤੇ ਉਸ ਵਕਤ ਜੇ ਮੈਂ ਕਢਵਾਉਣੀ ਹੈ ਕਿਉਂਕਿ ਮੈਨੂੰ ਟੈਕਸ ਦੇ ਵੀ ਪੈਸੇ ਪੇ ਕਰਨੇ ਪੈਣਗੇ, ਸੋ ਜਿਹੇ ਵਿੱਚ ਕੀ ਕੀਤਾ ਜਾ ਸਕਦਾ ਕਿ ਵਾਕਈ ਮੈਂ ਇਸ ਨੂੰ ਹੋਲਡ ਕਰ ਸਕਦੀ ਹਾਂ ਕਿ ਮੈਂ ਆਉਣ
ਵਾਲੇ ਸਮੇਂ ਦੇ ਵਿੱਚ ਮੇਰੀ ਇਨਕਮ ਦੁਬਾਰਾ ਇੰਪਰੂਵ ਹੁੰਦੀ ਹੈ, ਮੈਂ ਉਸ ਟਾਈਮ ਦੇ ਵਿੱਚ ਇਨਵੈਸਟ ਕਰ ਦਵਾਂ? ਬੜਾ ਵਧੀਆ ਕੁਐਸਚਨ ਹੈ ਜੀ, ਕਿਉਂਕਿ ਦੋ ਤਰੀਕੇ ਨਾਲ ਮੈਂ ਦੱਸ ਰਿਹਾ। ਪਹਿਲੇ ਕੀ ਇਹ ਚੀਜ਼ ਕਿ ਤੁਸੀਂ ਕਿਹਾ ਕਿ ਤੁਸੀਂ 2 ਸਾਲ ਜਮ੍ਹਾਂ ਕਰਵਾਇਆ ਲੇਕਿਨ ਉਸ ਤੋਂ ਬਾਅਦ ਇਨਕਮ ਨਹੀਂ ਰਹੀ। ਹੁਣ ਇਹਨੂੰ ਹੋਲਡ ਕਰਵਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹਦੇ ਵਿੱਚ ਹੈਗਾ ਕਿ ਜੇ ਤਾਂ ਤੁਸੀਂ ਕਿਸੇ ਕੰਪਨੀ ਜਿਹਦਾ ਇੰਸ਼ੋਰੈਂਸ ਕੰਪਨੀ ਚੋਂ ਲਿਆ ਹੈਗਾ ਤਾਂ ਮੰਥਲੀ ਤੁਹਾਡੀ ਕੰਟਰੀਬਿਊਸ਼ਨ ਹੋ ਰਹੀ ਹੈ ਤਾਂ ਤੁਸੀਂ ਕੰਟਰੀਬਿਊਸ਼ਨ ਰੋਕਣੀ ਹੈ, ਕੁਝ ਨਹੀਂ ਕਰਨਾ, ਕਿਉਂਕਿ ਰੋਕਣ 'ਚ ਕੋਈ ਪੈਨਲਟੀ ਨਹੀਂ ਹੈਗੀ, ਕਿਉਂਕਿ ਇੰਸ਼ੋਰੈਂਸ ਪਾਲਿਸੀ ਵਾਂਗ ਇਸ ਤੇ ਕੋਈ ਕਵਰੇਜ ਵਾਲੀ ਗੱਲ ਤਾਂ ਹੈ ਨਹੀਂਗੀ। ਠੀਕ ਹੈ। ਦੂਸਰੀ ਗੱਲ ਤੁਸੀਂ ਕਹੀ ਹੈਗੀ ਕਿ ਹੁਣ ਆਮਦਨ ਘਟ ਗਈ, ਜੇਕਰ ਤੁਸੀਂ ਆਰਐਸਪੀ ਦੇ ਵਿੱਚੋਂ ਵੈਸੇ ਰਕਮ ਕਢਵਾਉਂਦੇ ਹੋ ਤਾਂ ਤੁਹਾਨੂੰ ਟੈਕਸ ਦੇਣਾ ਪਏਗਾ, ਲੇਕਿਨ ਹੁਣ ਤੁਹਾਡੀ ਆਮਦਨ ਨਹੀਂ ਰਹੀ ਤਾਂ ਕਿਉਂ ਨਾ ਉਸ ਆਰਐਸਪੀ ਦੀ ਰਕਮ ਨੂੰ ਤੁਸੀਂ ਕਢਵਾ ਲਓ, ਉਸ ਸਾਲ ਇਸਤੇਮਾਲ ਕਰ ਲਓ, ਕਿਉਂਕਿ ਤੁਹਾਡੀ ਆਮਦਨ ਨਹੀਂ ਹੈ ਤਾਂ ਹੋ ਸਕਦਾ ਕਿ ਜਿੰਨੀ ਆਮਦਨ ਤੁਸੀਂ ਕਢਵਾਓਗੇ ਆਰਐਸਪੀ ਚੋਂ ਉਸ ਤੇ ਟੈਕਸ ਨਹੀਂ ਦੇਣਾ ਪਵੇਗਾ। ਤੇ ਉਹੀ ਇਨਵੈਸਟਮੈਂਟ ਜਿਹੜੀ ਤੁਸੀਂ ਟੈਕਸ ਬਚਾਇਆ ਸੀ ਪਹਿਲੀ ਵਾਰੀ, ਹੁਣ ਤੁਸੀਂ ਉਹਨੂੰ ਟੈਕਸ ਫਰੀ ਵੀ ਕਢਵਾ ਸਕਦੇ ਹੋ। ਕੀ ਜ਼ਰੂਰੀ ਹੈ ਕਿ ਪੂਰੀ ਹੀ ਆਰਐਸਪੀ ਕਢਵਾਉਣੀ ਪਏਗੀ ਜਾਂ ਜਿੰਨੀ ਤੁਹਾਡੀ ਇਨਕਮ ਲੋ ਹੈਗੀ ਆ ਉਸ ਦੇ ਅਕੋਰਡਿੰਗ ਵੀ ਤੁਸੀਂ ਕਢਵਾ ਸਕਦੇ ਹੋ? ਡੈਫੀਨਿਟਲੀ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਆਪਣੇ ਮੁਤਾਬਕ ਕਢਵਾ ਸਕਦੇ ਹੋ। ਔਰ ਇਹ ਬਹੁਤ ਅੱਛੀ ਸਟ੍ਰੈਟਜੀ ਹੈਗੀ ਆ। ਕਈ ਵਾਰ ਕਈ ਲੋਕਾਂ ਨੂੰ ਅਸੀਂ ਸੁਜੈਸਟ ਕਰਦੇ ਹਾਂ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਇਨਕਮ ਦੀ ਸ਼ਾਰਟਫਾਲ ਹੈਗੀ ਹੈ, ਤੁਹਾਨੂੰ ਲੱਗਦਾ ਹੈ ਕਿ ਉਸ ਸਾਲ ਤੁਹਾਡੀ ਇਨਕਮ ਜ਼ਿਆਦਾ ਨਹੀਂ ਹੈਗੀ ਤੇ ਤੁਸੀਂ ਲੋਅਰ ਟੈਕਸ ਸਲੈਬ 'ਚ ਆਉਂਦੇ ਹੋ, ਪਰ ਜਦੋਂ ਤੁਸੀਂ ਟੈਕਸ ਬਚਾਇਆ ਸੀ ਆਰਐਸਪੀ ਦੇ ਉੱਤੇ, ਉਹ ਤੁਸੀਂ ਹਾਇਰ ਇਨਕਮ ਟੈਕਸ ਤੁਸੀਂ ਜ਼ਿਆਦਾ ਬਚਾ ਲਿਆ ਹੈਗਾ ਤਾਂ ਇਟ ਵਰਕਸ ਫॉर ਯੂ। ਓਵਰ ਕੰਟਰੀਬਿਊਸ਼ਨ ਦੀ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਉੱਤੇ ਪੈਨਲਟੀ ਪੈ ਸਕਦੀ ਹੈ, ਸੋ ਓਵਰ ਕੰਟਰੀਬਿਊਸ਼ਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਸ ਚੀਜ਼ ਨੂੰ ਕਿਵੇਂ ਐਨਾਲਾਈਜ਼ ਕੀਤਾ ਜਾਏ? ਇੱਕ ਤਾਂ ਹੈਗਾ ਕਿ ਖੁਦ ਹਿਸਾਬ ਰੱਖ ਕੇ, ਦੂਸਰਾ ਗੱਲ ਹੈਗਾ ਕਿ ਜਿਹੜੀ ਆਪਣਾ ਮਾਈ ਅਕਾਊਂਟ ਹੈਗਾ ਸੀਆਰਏ ਦਾ, ਉਹਦੇ ਵਿੱਚ ਜ਼ਰੂਰ ਆਪਣੀ ਲਿਮਿਟ ਦੇਖੋ ਕਿ ਉਹ 'ਚ ਕੰਟਰੀਬਿਊਸ਼ਨ ਦੀ ਲਿਮਿਟ ਆ ਜਾਂਦੀ ਹੈਗੀ ਕਿ ਜਦੋਂ ਤੁਸੀਂ ਕੰਟਰੀਬਿਊਟ ਕਰਦੇ ਹੋ ਉਹਦੀ ਸਟੇਟਮੈਂਟ ਹੁੰਦੀ ਹੈਗੀ ਹੈ, ਉਹਨੂੰ ਵਾਚ ਕਰਦੇ ਰਹੋ। ਪਲੱਸ ਮੇਨ ਗੱਲ ਤਾਂ ਇਹ ਚੀਜ਼ ਹੈਗੀ ਕਿ ਤੁਸੀਂ ਖੁਦ ਆਪਣਾ ਰੈਕੋਰਡ ਰੱਖੋ ਕਿ ਮੈਂ ਕਿੱਥੇ ਕੰਟਰੀਬਿਊਟ ਕਰ ਰਿਹਾ ਹਾਂ, ਕਿੰਨੇ ਮੇਰੇ ਅਕਾਊਂਟ 'ਚ ਰੈਗੂਲਰ ਇਨਵੈਸਟਮੈਂਟ ਕਿੰਨੀ ਜਾ ਰਹੀ ਹੈਗੀ ਹੈ। ਤੁਸੀਂ ਜਿਵੇਂ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਜਦੋਂ ਆਪਾਂ TFSA ਦੇ ਜ਼ਰੀਏ ਇਨਵੈਸਟਮੈਂਟ ਕਰਦੇ ਹਾਂ ਤਾਂ ਜੋ ਗੇਨ ਹੁੰਦਾ ਹੈ ਉਹਦੇ ਉੱਤੇ ਸਾਨੂੰ ਕੋਈ ਇੰਟਰਸਟ ਨਹੀਂ ਪੇ ਕਰਨਾ ਪੈਂਦਾ, ਟੈਕਸ ਨਹੀਂ ਪੇ ਕਰਨਾ ਪੈਂਦਾ। ਪਰ ਜੇਕਰ RRSP ਦੀ ਜੇ ਅਸੀਂ ਕਢਵਾ ਕੇ ਉਹਦੇ ਉੱਤੇ ਅਸੀਂ ਇਸ ਨੂੰ ਅੱਗੇ ਇਨਵੈਸਟਮੈਂਟ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਲਟੀਪਲ ਅਸੀਂ RRSP ਕਰਕੇ ਤੇ ਉਹਦੇ ਵਿੱਚ ਅੱਗੇ ਇਨਵੈਸਟਮੈਂਟ ਕਰ ਸਕਦੇ ਹਾਂ, ਇਹਦੇ ਵਿੱਚ ਜੋ ਅਸੀਂ ਗੇਨ ਕਰਦੇ ਹਾਂ ਕੀ ਉਹਦੇ ਉੱਤੇ ਲੱਗੇਗਾ? ਨਹੀਂ, ਜਦ ਤੱਕ ਉਹ ਰਕਮ RRSP ਦੇ ਵਿੱਚ ਰਹਿੰਦੀ ਹੈਗੀ ਤਦ ਤੱਕ ਉਹਦੇ ਉੱਤੇ ਕੋਈ ਟੈਕਸ ਨਹੀਂ ਹੈਗਾ, ਉਹਨੂੰ ਟੈਕਸ ਡਿਫਰਡ ਗਰੋਥ ਕਹਿੰਦੇ ਆ। ਲੇਕਿਨ ਜਦੋਂ ਵੀ ਤੁਸੀਂ RRSP ਚੋਂ ਵਿਡਰਾ ਕਰੋਗੇ ਉਸ ਉੱਤੇ ਟੈਕਸ ਲੱਗੇਗਾ। ਸਿਰਫ 2 ਪ੍ਰੋਗਰਾਮਸ ਹੈਗੇ ਜਿਨ੍ਹਾਂ ਦੇ ਵਿੱਚ ਟੈਕਸ ਨਹੀਂ ਲੱਗਦਾ, ਜਿੱਦਾਂ ਕਿ ਫਸਟ ਟਾਈਮ ਹੋਮ ਬਾਇਰ ਹੈਗਾ ਤੇ ਲਾਈਫ ਲੌਂਗ ਲਰਨਿੰਗ ਪਲਾਨ ਹੈਗਾ। ਇਹਦੇ ਇਲਾਵਾ ਜਦੋਂ ਵੀ ਅਸੀਂ RRSP ਚੋਂ ਟੈਕਸ ਮਤਲਬ ਰਕਮ ਕਢਾਵਾਂਗੇ ਸਾਨੂੰ ਟੈਕਸ ਪੇ ਕਰਨਾ ਪਵੇਗਾ। ਜਿਵੇਂ ਸਪੋਜ਼ ਹੁਣ ਕਿਸੇ ਨੇ ਪਹਿਲੀ ਵਾਰੀ ਅਕਾਊਂਟ ਖੁਲਵਾਉਣਾ ਹੈ ਕਿ ਅਗਲਾ ਚਾਹੁੰਦਾ ਹੈ ਕਿ ਮੈਂ ਆਪਣੇ ਕੁਝ ਪੈਸੇ ਸੇਵ ਕਰ ਲਵਾਂ ਟੈਕਸ ਦੇ ਵਿੱਚੋਂ, ਸੋ ਅਕਾਊਂਟ ਖੁਲਵਾਇਆ, ਉਹਦੇ ਵਿੱਚ ਜਿਹੜੀ ਅਸੀਂ ਕੁਝ ਰਕਮ ਵੀ ਐਡ ਆਨ ਕਰ ਦਿੱਤੀ ਹੈ, ਤਾਂ ਦੈਨ ਫਿਰ ਇਸ ਤੋਂ ਬਾਅਦ ਕੀ ਹੁੰਦਾ ਹੈ, ਕੀ ਅਗਲਾ ਸਟੈਪ ਹੋ ਸਕਦਾ ਹੈ? ਅਕਾਊਂਟ ਖੁਲਵਾਉਣਾ ਇਜ਼ ਜਸਟ ਲਾਈਕ ਪਾਰਕਿੰਗ ਯੂਰ ਮਨੀ, ਕਿ ਤੁਸੀਂ ਇੱਕ ਅਕਾਊਂਟ ਖੁਲਵਾ ਲਿਆ, ਅਕਾਊਂਟ ਆਪਣੇ ਆਪ ਦੇ ਵਿੱਚ ਕੋਈ ਮਾਇਨੇ ਨਹੀਂ ਹੈਗਾ ਜਦ ਤੱਕ ਤੁਸੀਂ ਉਸ ਦੇ ਵਿੱਚ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਔਰ ਉਸਨੂੰ ਇਨਵੈਸਟ ਨਹੀਂ ਕਰਦੇ। ਹੁਣ ਆਮ ਤੌਰ ਤੇ ਕੀ ਹੈ, ਬਹੁਤ ਆਤ ਵਿੱਚ ਦੇਖਿਆ ਗਿਆ ਕਿ ਕੁਝ ਇੰਸਟੀਟਿਊਸ਼ਨਸ ਹੈਗੇ ਜਿਹਦੇ ਵਿੱਚ ਅਸੀਂ ਆਪ ਚਾਹੁੰਦੇ ਹਾਂ ਜਾਂ ਸਾਨੂੰ ਪ੍ਰੇਰਦੇ ਨੇ ਕਿ ਅਸੀਂ ਉੱਥੇ ਰਕਮ ਆਪਣੀ RRSP ਦੀ ਜਮ੍ਹਾਂ ਕਰਵਾਈਏ, ਲੇਕਿਨ ਉਹ ਜਿਹੜੇ ਪੈਸੇ ਹੈਗੇ ਇਨਵੈਸਟ ਨਹੀਂ ਹੁੰਦੇ, ਉਹ ਕੈਸ਼ ਵਿੱਚ ਜਾਂ ਨਾਰਮਲ ਬੌਂਡਸ ਵਿੱਚ ਪਏ ਰਹਿੰਦੇ ਨੇ ਜਿਨ੍ਹਾਂ ਦੀ ਗਰੋਥ ਨਹੀਂ ਹੁੰਦੀ। ਹੁਣ ਜਿਵੇਂ ਮੈਂ ਦੱਸਿਆ ਕਿ ਇਸ ਦੀ ਗਰੋਥ ਤੇ ਕੋਈ ਟੈਕਸ ਨਹੀਂ ਲੱਗਦਾ, ਤੇ ਫਿਰ ਇੱਕ ਵੈਸੇ ਹੀ ਇੱਕ ਸੁਭਾਵਿਕ ਗੱਲ ਹੈਗੀ ਆ ਕਿ ਜਿੱਥੇ ਟੈਕਸ ਨਹੀਂ ਲੱਗਣਾ ਤੇ ਉਹਦੀ ਗਰੋਥ ਜ਼ਿਆਦਾ ਹੋ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ ਹੈ, ਤੇ ਫਿਰ ਬੈਟਰ ਹੈ ਵੀ ਇਦਾਂ ਦਾ ਇੰਸਟਰੂਮੈਂਟ ਹੀ ਚੁਣਿਆ ਜਾਵੇ ਕਿ ਜਿੱਥੇ ਮੈਕਸਿਮਮ ਆਪਾਂ ਨੂੰ ਗਰੋਥ ਮਿਲੇ, ਤਾਂ ਕਿ ਜਿਹੜੀ ਰਕਮ ਹੈਗੀ ਹੈ ਸਾਡੀ ਟੈਕਸ ਫ੍ਰੀ ਗਰੋ ਹੋ ਰਹੀ ਹੈਗੀ ਹੈ। ਕਿਉਂਕਿ ਜਿੱਥੇ ਹੋਰ ਕਿਤੇ ਅਸੀਂ ਕਰਦੇ ਹਾਂ, ਜਿੰਨਾ ਵੀ ਮੰਨ ਲਓ ਫੋਰ ਐਗਜ਼ਾਮਪਲ ਸਾਡੀ ਪ੍ਰਾਪਰਟੀ ਹੈਗੀ ਹੈ, ਪ੍ਰਾਪਰਟੀ ਜਿੰਨੀ ਮਹਿੰਗੀ ਹੋਵੇਗੀ ਕੈਪੀਟਲ ਗੇਨ ਟੈਕਸ ਉਨਾ ਵੱਧ ਜਾਵੇਗਾ, ਲੇਕਿਨ RRSP ਦੇ ਵਿੱਚ ਜਿੰਨੀ ਰਕਮ ਜਿੰਨੀ ਚਾਹੇ ਵੱਧ ਜਾਵੇ, ਚਾਹੇ ਉਹਦੀ ਜਿਹੜਾ ਵਾਧਾ ਹੈਗਾ 5% ਹੋਵੇ ਜਾਂ 25% ਹੋਵੇ ਫੋਰ ਐਗਜ਼ਾਮਪਲ, ਉਸ 25% ਤੱਕ ਵੀ ਕੋਈ ਟੈਕਸ ਨਹੀਂ ਲੱਗਣਾ ਹੈਗਾ, ਤੇ ਫਿਰ ਇਹ RRSP ਇੱਕ ਬੜੀ ਵਧੀਆ ਇਨਵੈਸਟਮੈਂਟ ਇੰਸਟਰੂਮੈਂਟ ਬਣ ਜਾਂਦਾ ਹੈ। ਜੇਕਰ ਮੇਰੀ ਇਨਵੈਸਟਮੈਂਟ ਘੱਟ ਹੈ ਜਾਂ ਮੇਰੇ ਨਾਲ ਪਾਰਟਨਰ ਦੀ ਇਨਵੈਸਟਮੈਂਟ ਜਿਹੜੀ ਆ ਉਸ ਤੋਂ ਜ਼ਿਆਦਾ ਘੱਟ ਹੈਗੀ ਹੈ, ਜੇ ਸੌਰੀ ਮੈਂ ਇਨਕਮ ਦੀ ਗੱਲ ਕਰਾਂ, ਮੈਂ ਆਪਣੀ RRSP ਵਿੱਚ ਕੰਟਰੀਬਿਊਸ਼ਨ ਕਰ ਲਿਆ ਪਰ ਮੇਰੀ ਉਹ ਲਿਮਿਟ ਪੂਰੀ ਹੋ ਚੁੱਕੀ ਹੈ, ਤੇ ਕੀ ਮੈਂ ਆਪਣੇ ਪਾਰਟਨਰ ਦੇ ਬਿਹਾਫ ਦੇ ਉੱਤੇ ਖੋਲ ਸਕਦੀ ਹਾਂ RRSP ਜਾਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦੀ ਹਾਂ? ਪਰ ਤੁਸੀਂ ਜਿਹੜੀ ਇਹ ਗੱਲ ਕਹੀ ਹੈਗੀ ਕਿ ਜੇ ਤੁਹਾਡੀ ਲਿਮਿਟ ਪੂਰੀ ਹੋ ਚੁੱਕੀ ਹੈ ਫਿਰ ਨਹੀਂ ਕਰ ਸਕਦੇ। ਓਕੇ। ਲੇਕਿਨ ਅਗਰ ਤੁਹਾਡੇ ਜਿੱਦਾਂ ਇੱਕ ਪਾਰਟਨਰ ਦੀ ਗੱਲ ਕਰਦੇ ਹਾਂ, ਸਪਾਊਸ ਦੀ ਇਨਕਮ ਘੱਟ ਹੈਗੀ ਹੈ, ਤੁਹਾਡੀ ਇਨਕਮ ਜ਼ਿਆਦਾ ਹੈਗੀ ਹੈ, ਔਰ ਇਹ ਜਿਹੜਾ ਹੈਗਾ ਕਿ ਅਗਰ ਤੁਸੀਂ ਇਹਨੂੰ ਅਗਲੇ ਪ੍ਰੋਗਰਾਮ 'ਚ ਰੱਖੋਗੇ ਡੈਫੀਨਿਟਲੀ ਮੈਂ ਬਹੁਤ ਐਲੈਬੋਰੇਟ ਕਰਾਂਗਾ ਇਹਨੂੰ, ਕਿਉਂਕਿ ਆਪਣੇ ਲੋਕਾਂ ਨੂੰ ਇਸ ਚੀਜ਼ ਬਾਰੇ ਬਹੁਤ ਜਾਣਕਾਰੀ ਚਾਹੀਦੀ ਹੈ, ਸਪਲਿਟਿੰਗ ਕਿੱਦਾਂ ਹੁੰਦੀ ਹੈ, ਆਪਾਂ ਟੈਕਸ ਕਿੱਦਾਂ ਬਚਾ ਸਕਦੇ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਕੀ ਹੈ ਕਿ ਅਸੀਂ ਸਪਾਊਸ ਦੀ RRSP 'ਚ ਕੰਟਰੀਬਿਊਟ ਕਰ ਸਕਦੇ ਹਾਂ, ਲੇਕਿਨ ਉਹ ਜਿਹੜੀ ਕੰਟਰੀਬਿਊਸ਼ਨ ਹੈਗੀ ਆ ਉਹ ਮੇਰੀ ਹੀ ਲਿਮਿਟ ਦੇ ਵਿੱਚੋਂ ਜਾਵੇ। ਓਕੇ, ਠੀਕ ਹੈ। ਠੀਕ ਹੈ, ਜਿਹੜੀ 18% ਦੀ ਲਿਮਿਟ ਮੇਰੀ ਹੈਗੀ ਉਹ ਮੇਰੀ ਕੰਟਰੀਬਿਊਸ਼ਨ 'ਚੋਂ ਹੀ ਲੈਸ ਹੋਵੇਗੀ, ਸਪਾਊਸ ਦੇ ਵਿੱਚ ਮੈਂ ਕੰਟਰੀਬਿਊਟ ਕਰ ਸਕਦਾ, ਪਰ ਉਹਦਾ ਅੱਗੇ ਜਾ ਕੇ ਜਦੋਂ ਅਸੀਂ ਪੈਨਸ਼ਨ ਲੈਣੀ ਹੁੰਦੀ ਹੈ ਟੈਕਸ ਦੇ ਵਿੱਚ ਬਹੁਤ ਬੈਨੀਫਿਟ ਹੋ ਜਾਂਦਾ, ਕਿਉਂਕਿ ਉਹਨੂੰ ਇਨਕਮ ਸਪਲਿਟਿੰਗ ਕਹਿੰਦੇ ਹੈਗੇ, ਉਹਦੇ ਵਿੱਚ ਜਦੋਂ ਲੇਟਰ ਔਨ ਐਟ ਦ ਏਜ ਆਫ 65 ਯੂ ਕੈਨ ਸੇ ਉਹਨਾਂ ਨੂੰ ਕਪਲ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਕਿਉਂਕਿ ਉਹਨਾਂ ਨੇ CPP ਇਸ ਤਰੀਕੇ ਆਪਣੀ RRSP ਇਸ ਤਰੀਕੇ ਨਾਲ ਕੰਟਰੀਬਿਊਟ ਕੀਤੀ ਹੁੰਦੀ। ਇਹਦੇ ਵਿੱਚ ਕੀ ਹਰ ਫੈਮਿਲੀ ਮੈਂਬਰ ਹੀ ਕਰ ਸਕਦਾ, ਕਿ ਪੇਰੈਂਟਸ ਨਾਲ ਵੀ ਕੀਤੀ ਜਾ ਸਕਦੀ ਹੈ ਜਾਂ ਸਿਰਫ ਤੁਸੀਂ ਆਪਣੇ ਸਪਾਊਸ ਦੇ ਨਾਲ ਹੀ? ਸਪਾਊਸਲ RRSP ਹੀ ਸਪਾਊਸ ਦੇ ਨਾਲ ਹੀ ਕੀਤੀ ਜਾ ਸਕਦੀ ਹੈ। ਸੋ ਜਿਨ੍ਹਾਂ ਨੇ ਇਸ ਵਕਤ ਆਲਰੇਡੀ ਜਿਨ੍ਹਾਂ ਦੀ ਲਿਮਿਟ ਪੂਰੀ ਹੋ ਚੁੱਕੀ ਹੈ ਤੇ ਅਜਿਹੇ ਦੇ ਵਿੱਚ ਫਿਰ ਉਹ ਕੀ ਕਰ ਸਕਦੇ ਨੇ ਕਿ ਜਿਹੜਾ ਬਾਕੀ ਦਾ ਟੈਕਸ ਬਚਾਉਣ ਲਈ ਕੀ ਆਪਸ਼ਨ ਹੋ ਸਕਦਾ ਹੈ?
ਇਹ ਤਾਂ RRSP ਹੀ ਬੈਸਟ ਹੈਗੀ ਕਿਉਂਕਿ RRSP ਦੇਖੋ ਰਜਿਸਟਰਡ ਪਲਾਨਸ ਦੇ ਰਾਹੀਂ ਇਹਦੇ ਇਲਾਵਾ ਜਿੱਥੇ ਅਸੀਂ ਕਰਦੇ ਹੈਗੇ ਦੇਖੋ ਉਹ ਬੈਟਰ ਹੈਗਾ ਕਿ ਜਦੋਂ ਕਿਸੇ CPA ਨਾਲ ਗੱਲ ਕਰਦੇ ਕਿ ਕੁਝ ਹੋਰ ਹੈਡਸ ਹੈਗੇ ਆ ਜਿਨ੍ਹਾਂ ਵਿੱਚ ਉਹ ਆਪਣੇ ਖਰਚੇ ਸ਼ੋ ਕਰਕੇ ਕਿਸੇ ਵੀ ਤਰੀਕੇ ਨਾਲ ਉਹ ਇੱਕ ਅਕਾਊਂਟੈਂਟ ਜਾਂ CPA ਜ਼ਿਆਦਾ ਬੈਟਰ ਦੱਸ ਸਕਦਾ ਹੈਗਾ ਲੇਕਿਨ ਜੇ ਇਨਵੈਸਟਮੈਂਟ ਰਾਹੀਂ ਕਰਨਾ ਸੇਵਿੰਗ ਰਾਹੀਂ ਕਰਨਾ ਫਿਰ RRSP ਇਜ਼ ਦਾ ਓਨਲੀ ਥਿੰਗ ਦੈਟ ਵੀ ਕੈਨ ਇਨਵੈਸਟ ਇਨ। ਪਰ RRSP ਵੇਲੇ ਇਹੀ ਕਿਹਾ ਜਾਂਦਾ ਕਿ RRSP ਨੂੰ ਜਦੋਂ ਤੁਸੀਂ ਕਢਵਾਉਣਾ ਹੁੰਦਾ ਹੈ ਉਸ ਟਾਈਮ ਦੇ ਵਿੱਚ ਆਫ ਕੋਰਸ ਤੁਹਾਨੂੰ ਜਿਹੜਾ ਟੈਕਸ ਬਚਾਇਆ ਹੁੰਦਾ ਉਹ ਤੁਹਾਨੂੰ ਭਰਨਾ ਪੈਂਦਾ ਹੈ ਕਿ ਕੋਈ ਅਜਿਹਾ ਵੀ ਵੇ ਹੋ ਸਕਦਾ ਹੈ ਕਿ ਅਸੀਂ RRSP ਵੀ ਕਢਵਾ ਲਈਏ ਤੇ ਸਾਨੂੰ ਟੈਕਸ ਵੀ ਪੇ ਨਾ ਕਰਨਾ ਪਵੇ? ਤਿੰਨ ਤਰੀਕੇ ਮੈਂ ਤੁਹਾਨੂੰ ਦੱਸੇ ਜੀ। ਪਹਿਲਾ ਤਰੀਕਾ ਸੀਗਾ ਕਿ ਹੋਮ ਬਾਇਰ ਪਲਾਨ ਲਈ ਤੁਸੀਂ ਕਢਵਾ ਸਕਦੇ ਹੋ, ਦੂਜਾ ਲਾਈਫ ਲੌਂਗ ਲਰਨਿੰਗ ਪਲਾਨ ਹੈ ਜਿਸ 'ਚ 20,000 ਤੁਸੀਂ ਕਢਵਾ ਸਕਦੇ ਹੋ ਤੇ ਤੀਸਰਾ ਮੈਂ ਦੱਸਿਆ ਕਿ ਕਿਸੇ ਸਾਲ ਅਗਰ ਤੁਹਾਡੀ ਆਮਦਨ ਉਸ ਥ੍ਰੈਸ਼ਹੋਲਡ ਲੈਵਲ ਤੋਂ ਘੱਟ ਹੈ ਜਿੱਥੇ ਤੁਹਾਨੂੰ ਟੈਕਸ ਨਹੀਂ ਪੈਂਦਾ ਉਸ ਤੋਂ ਅਗਰ ਘੱਟ ਹੈਗੀ ਫॉर ਐਗਜ਼ਾਮਪਲ ਜਿੱਦਾਂ $11,000 ਤੱਕ ਟੈਕਸ ਨਹੀਂ ਲੱਗਦਾ ਤੇ ਜੇ ਤੁਸੀਂ $11,000 ਤੋਂ ਘੱਟ ਕਢਵਾਇਆ ਔਰ ਤੁਹਾਡੀ ਆਮਦਨ ਉਸ ਸਾਲ ਹੋਰ ਕੁਝ ਵੀ ਨਹੀਂ ਹੈਗੀ ਤੇ ਇਟ ਮੀਨਸ ਯੂ ਆਰ ਨਾਟ ਪੇਇੰਗ ਟੈਕਸਸ ਔਨ ਦੈਟ RRSP। ਜੀ ਬਿਲਕੁਲ। ਤੇ ਇਹਦੇ ਨਾਲ ਇੱਕ ਥੋੜਾ ਜਿਹਾ ਇੱਕ ਹੋਰ ਸਵਾਲ ਹੈ ਜਿਹਦੇ ਵਿੱਚ ਗੱਲ ਕਰਦੇ ਹੁੰਦੇ ਆ ਕਿ RRSP ਜਿਹੜੀ ਆ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਹੁੰਦੀ ਆ ਕਿੱਥੇ ਕਿੱਥੇ ਇਨਵੈਸਟਮੈਂਟ ਹੋਰ ਕੀਤੀ ਜਾ ਸਕਦੀ ਹੈ? ਇਨਵੈਸਟਮੈਂਟ ਕਿੱਥੇ ਕਿੱਥੇ ਜਿੱਦਾਂ ਮੈਂ ਦੱਸਿਆ ਸੀ ਕਿ GICs ਹੈਗੇ ਨੇ, ਸਟਾਕਸ ਹੈਗੇ ਨੇ, ਮਿਊਚੁਅਲ ਫੰਡਸ ਹੈਗੇ ਨੇ, ਸੈਗਰੀਗੇਟਡ ਫੰਡਸ ਹੈਗੇ ਨੇ। ਇੱਕ ਇਹ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿਹੋ ਜਿਹਾ ਰਿਸਕ ਪ੍ਰੋਫਾਈਲ ਰੱਖਦੇ ਹੋ ਕਿਉਂਕਿ ਜਿੱਦਾਂ ਹੁਣ ਮਿਊਚੁਅਲ ਫੰਡਸ ਆਮ ਤੌਰ ਤੇ ਜਿਹੜੇ ਬੜੇ ਕਾਮਨ ਹੈਗੇ ਨੇ ਸੈਗਰੀਗੇਟਡ ਫੰਡਸ, ਮਿਊਚੁਅਲ ਫੰਡਸ ਤੇ GICs ਹੈਗੇ ਨੇ। ਜਿਹੜੇ ਵੱਡੀ ਉਮਰ ਦੇ ਲੋਕ ਨੇ ਉਹ ਜ਼ਿਆਦਾਤਰ ਪ੍ਰੈਫਰ ਕਰਦੇ ਨੇ GIC ਦੇ ਵਿੱਚ ਕਿਉਂਕਿ GIC ਦੇ ਵਿੱਚ ਇਨਵੈਸਟਮੈਂਟ ਦਾ ਵਧਣਾ ਤੇ ਘਟਣਾ ਬਹੁਤ ਜ਼ਿਆਦਾ ਇਫੈਕਟ ਨਹੀਂ ਕਰਦਾ ਹੈਗਾ ਲੇਕਿਨ TFSs ਔਰ RRSP ਜਿਹੜੇ ਹੈਗੇ ਨੇ ਅਗਰ ਤੁਸੀਂ ਉਹਦੇ ਵਿੱਚ ਇਨਵੈਸਟਮੈਂਟ ਮਿਊਚੁਅਲ ਫੰਡ 'ਚ ਕਰਦੇ ਹੋ, ਸੈਗਰੀਗੇਟਡ ਫੰਡ 'ਚ ਕਰਦੇ ਹੋ, ਸਟਾਕਸ 'ਚ ਕਰਦੇ ਹੋ ਤਾਂ ਉਹਨਾਂ ਵਿੱਚ ਵੋਲੈਟਿਲਿਟੀ ਜ਼ਿਆਦਾ ਹੁੰਦੀ ਹੈ, ਰਕਮ ਵੱਧ ਵੀ ਸਕਦੀ ਹੈ, ਰਕਮ ਘੱਟ ਵੀ ਸਕਦੀ ਹੈ। ਸੋ ਇਹ ਤੁਸੀਂ ਮਤਲਬ ਕਿ ਅੱਗੇ ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਕਿਵੇਂ ਦਾ ਰਿਸਕ ਉਹ ਲੈਣਾ ਚਾਹੁੰਦੇ ਨੇ ਕਿ ਇਹ ਜਿਹੜਾ ਰਿਸਕ ਫੈਕਟਰ ਉਹਨਾਂ ਹੋਣਾ ਚਾਹੀਦਾ ਕਿ ਉਹ ਚਾਹੁੰਦੇ ਆ ਰਿਸਕ ਲਈਏ ਜਾਂ ਨਾ ਲਈਏ ਉਸ ਦੇ ਅਕੋਰਡਿੰਗ ਇਨਵੈਸਟਮੈਂਟ ਕੀਤੀ ਜਾਂਦੀ ਹੈ। ਔਰ ਇਨਵੈਸਟਮੈਂਟ ਹੋਣੀ ਹੀ ਇਸ ਤਰੀਕੇ ਨਾਲ ਚਾਹੀਦੀ ਹੈ। ਤੁਹਾਡੀ ਔਰ ਮੇਰੀ ਇਨਵੈਸਟਮੈਂਟਸ ਤੁਹਾਡੀ ਮੇਰੀ ਸੋਚ ਦੋਨੋਂ ਚੀਜ਼ਾਂ ਫਰਕ ਹੈਗੀਆਂ ਨੇ ਸੋ ਆਈ ਹੈਵ ਟੂ ਥਿੰਕ ਕਿ ਮੈਂ ਕਿੱਦਾਂ ਦਾ ਰਿਸਕ ਪ੍ਰੋਫਾਈਲ ਰੱਖਦਾ ਜੇ ਮੇਰਾ ਰਿਸਕ ਪ੍ਰੋਫਾਈਲ ਕੰਜ਼ਰਵੇਟਿਵ ਹੈਗਾ ਮੈਂ ਡਰ ਕੇ ਇਨਵੈਸਟਮੈਂਟ ਕਰਦਾ ਤੇ ਮੈਨੂੰ ਤੁਹਾਡੀ ਰੀਸ ਨਹੀਂ ਕਰਨੀ ਚਾਹੀਦੀ। ਹੋ ਸਕਦਾ ਤੁਸੀਂ ਅਗਰੈਸਿਵ ਜਾਂ ਤੁਸੀਂ ਵੱਧ ਰਿਸਕ ਲੈਣ ਦੇ ਇੱਛੁਕ ਹੋਵੋ ਲੇਕਿਨ ਹੋ ਸਕਦਾ ਕਿ ਤੁਸੀਂ ਵੱਧ ਰਿਸਕ ਲਵੋਗੇ ਤਾਂ ਤੁਹਾਡੀ ਇਨਵੈਸਟਮੈਂਟ ਵੀ ਵਧੇਗੀ, ਮੇਰੇ ਨਾਲੋਂ ਜ਼ਿਆਦਾ ਵੱਧ ਸਕਦੀ ਹੈਗੀ ਹੈ ਪਰ ਮੈਂ ਸੇਫ ਹੈਗਾ ਕਿ ਅਗਰ ਮੇਰੀ ਤੁਹਾਡੀ ਇਨਵੈਸਟਮੈਂਟ ਘਟੇਗੀ ਤਾਂ ਮੇਰੀ ਇਨਵੈਸਟਮੈਂਟ ਤੁਹਾਡੇ ਮੁਕਾਬਲੇ ਘੱਟ ਘਟੇਗੀ ਕਿਉਂਕਿ ਮੈਂ ਸੇਫ ਹੈਗਾ। ਬਿਲਕੁਲ। TFSA ਤੇ RRSP ਨੂੰ ਲੈ ਕੇ ਖਾਸ ਤੌਰ ਤੇ ਸਾਡੀ ਕਮਿਊਨਿਟੀ ਕਾਫੀ ਜ਼ਿਆਦਾ ਕਨਫਿਊਜ਼ ਰਹਿੰਦੀ ਹੈ ਕਿ ਦੋਵਾਂ ਦੇ ਹੀ ਬੈਨੀਫਿਟਸ ਜਿਹੜੇ ਆ ਇਸ ਟਾਈਮ ਸਭ ਤੋਂ ਵੱਡੀ ਗੱਲ ਇਹ ਹੈ ਕਿ TFSA ਦੇ ਵਿੱਚ ਵੀ ਸਾਨੂੰ ਪੇ ਕਰਨਾ ਪੈਣਾ ਹੈ ਪਰ ਉਹ ਪਹਿਲਾਂ ਪੇ ਕਰਕੇ ਸਾਨੂੰ ਬਾਕੀ ਦੇ ਗੇਮ ਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਸੋ ਦੂਜੀ ਵਾਰੀ ਹੈ ਜੇ ਤੁਸੀਂ RRSP ਕਢਵਾਉਂਦੇ ਹੋ ਤਾਂ ਜਦੋਂ ਤੁਸੀਂ ਕਢਵਾਓਗੇ ਉਸ ਵੇਲੇ ਉਹੀ ਤੁਹਾਨੂੰ ਟੈਕਸ ਪੇ ਕਰਨਾ ਪੈਣਾ। ਸੋ ਇਹ ਚੀਜ਼ ਨੂੰ ਲੈ ਕੇ ਬਹੁਤ ਕਨਫਿਊਜ਼ ਰਹਿੰਦੇ ਆ ਕਿ ਇਹ ਸਾਨੂੰ ਏਜ ਫੈਕਟਰ ਮੈਟਰ ਕਰਦਾ ਕਿਹਦੇ ਅਕੋਰਡਿੰਗ ਸਾਨੂੰ ਇਨਵੈਸਟਮੈਂਟ ਕਰਨੀ ਚਾਹੀਦੀ ਆ, ਕਿਹੜੇ ਫੈਕਟਰਸ ਮੈਟਰ ਕਰਦੇ ਨੇ ਜਾਂ ਸਾਨੂੰ ਸਮਾਂ ਦੇਖ ਕੇ ਇਨਵੈਸਟਮੈਂਟ ਕਰਨੀ ਚਾਹੀਦੀ ਆ? ਦੇਖੋ RRSP ਦੇ ਵਿੱਚ ਬਹੁਤ ਸਾਰੇ ਫੈਕਟਰਸ ਹੁੰਦੇ ਜਦੋਂ ਅਸੀਂ ਕਰਦੇ ਹੈਗੇ ਹੁਣ ਜਿੱਦਾਂ ਮੰਨ ਲਓ ਫॉर ਐਗਜ਼ਾਮਪਲ ਤੁਸੀਂ ਆਪਣੇ EMPLOYER ਤੋਂ ਕੋਈ ਪੈਨਸ਼ਨ ਪਲਾਨ ਦੇ ਵਿੱਚ ਸ਼ਾਮਿਲ ਹੈਗੇ ਹੋ ਕਿ ਨਹੀਂ ਹੈਗੇ ਹੋ ਕਿਉਂਕਿ ਜਦੋਂ ਤੁਸੀਂ ਰਿਟਾਇਰਮੈਂਟ ਦੀ ਸਟੇਜ ਤੇ ਆਵੋਗੇ ਰਿਟਾਇਰਮੈਂਟ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੀ ਪੈਨਸ਼ਨ ਮਿਲਣੀ ਹੈ। ਇੱਕ ਤਾਂ ਪੈਨਸ਼ਨ ਸਾਰਿਆਂ ਨੂੰ ਮਿਲਣੀ ਹੈਗੀ ਆ ਜਿਹੜੀ ਕਿ ਅਸੀਂ 올ਡ ਏਜ ਪੈਨਸ਼ਨ ਕਰਨੀ ਹੈਗੀ ਹੈ ਜਾਂ GES ਜਿਹਨੂੰ ਗਰੰਟਿਡ ਇਨਕਮ ਸਪਲੀਮੈਂਟ ਕਹਿੰਦੇ ਆ ਜਿਹੜਾ ਵੀ ਇੱਥੇ 10 ਸਾਲ ਤੋਂ ਰਹਿ ਚੁੱਕਾ ਹੈਗਾ ਉਹਨੂੰ ਉਹ ਚੀਜ਼ਾਂ ਮਿਲਣੀਆਂ ਨੇ। CPP ਉਸ ਨੂੰ ਮਿਲਣੀ ਜਿਸ ਨੇ CPP ਦੇ ਵਿੱਚ ਕੰਟਰੀਬਿਊਸ਼ਨ ਕੀਤੀ ਹੈ। ਹੁਣ ਇਸ ਤੋਂ ਇਲਾਵਾ ਅਗਰ ਹੋਰ ਕੋਈ ਕੰਟਰੀਬਿਊਸ਼ਨ ਆਪਾਂ ਮਤਲਬ ਕੋਈ ਕਿਸੇ ਹੋਰ ਜਗ੍ਹਾ ਤੋਂ ਪੈਨਸ਼ਨ ਆ ਰਹੀ ਹੈ ਤਾਂ ਉਹ ਸਾਰੀ ਚੀਜ਼ਾਂ ਟੈਕਸੇਬਲ ਹੋ ਜਾਣਗੀਆਂ। ਹੁਣ ਮੈਂ RRSP ਦੇ ਵਿੱਚ ਵੀ ਰਕਮ ਜਮ੍ਹਾਂ ਕਰਵਾਤੀ ਮੈਨੂੰ EMPLOYER ਵੱਲੋਂ ਵੀ ਪੈਨਸ਼ਨ ਆ ਰਹੀ ਹੈਗੀ ਆ ਤਾਂ ਜਦੋਂ ਮੈਂ 65 ਸਾਲ ਦੀ ਉਮਰ ਤੋਂ ਬਾਅਦ ਰਕਮ ਕਢਵਾਵਾਂਗਾ ਤੇ ਮੈਨੂੰ ਸ਼ਾਇਦ ਹੋ ਸਕਦਾ ਕਿ ਉਹਨਾਂ ਟੈਕਸ ਮੈਂ ਆਪਣੇ ਲਾਈਫ ਟਾਈਮ ਚ ਨਾ ਦਿੱਤਾ ਹੋਵੇ ਜਿਹੜਾ ਕਿ ਮੈਨੂੰ ਬਾਅਦ ਚ ਦੇਣਾ ਪੈਣਾ। ਸੋ ਇੱਥੇ ਫਾਈਨੈਂਸ਼ੀਅਲ ਪਲੈਨਿੰਗ ਦੀ ਬੜੀ ਲੋੜ ਹੈਗੀ ਆ ਕਿ ਅਸੀਂ ਕਿੱਥੇ ਇਨਵੈਸਟ ਕਰੀਏ ਪਹਿਲੇ। ਹੁਣ ਅਗਰ ਮੈਂ ਆਲਰੇਡੀ ਆਪਣੇ EMPLOYER ਦੇ ਵਿੱਚੋਂ ਬਹੁਤ ਅੱਛਾ ਮੈਨੂੰ ਉਹਨਾਂ ਨੇ ਪੈਕੇਜ ਦਿੱਤਾ ਹੋਇਆ ਜਿਹਦੇ ਵਿੱਚ ਕਿ ਮੇਰਾ ਪੈਨਸ਼ਨ ਪਲਾਨ ਵੀ ਵਧੀਆ ਹੈਗੀ ਆ ਉਹਦੇ ਵਿੱਚ ਮੇਰੇ RRSP ਦੀ ਰਿਕੁਆਇਰਮੈਂਟ ਡਿਫਰੈਂਟ ਹੋ ਜਾਂਦੀ ਹੈਗੀ ਫਿਰ ਮੈਂ RRSP ਨੂੰ ਹੋਰ ਤਰੀਕੇ ਨਾਲ ਇਸਤੇਮਾਲ ਕਰਾਂਗਾ। ਜੇਕਰ ਮੇਰੀ ਆਮਦਨ ਵਿੱਚ ਹੋਰ ਯਾਨੀ ਕਿ ਪੈਨਸ਼ਨ ਦਾ ਕੋਈ ਸਾਧਨ ਨਹੀਂ ਹੈਗਾ ਤਾਂ ਫਿਰ RRSP ਇੱਕ ਬੈਟਰ ਆਪਸ਼ਨ ਬਣ ਜਾਂਦੀ ਹੈਗੀ। ਸੋ ਇਹ ਹੈਗਾ ਕਿ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈਗਾ ਕਿ RRSP ਬੈਟਰ ਹੈਗੀ ਕਿ TFSA। ਏਜ ਦਾ ਡੈਫੀਨਿਟਲੀ ਮੈਟਰ ਹੈਗਾ। ਸਟਾਰਟਿੰਗ ਯੂ ਕੈਨ ਸਟਾਰਟ ਵਿਦ TFSA ਕਿਉਂਕਿ ਯੰਗ ਹੈਗੇ ਹੋ ਅਗਰ ਆਮਦਨ ਘੱਟ ਹੈਗੀ ਹੈ ਤਾਂ ਯੂ ਕੈਨ ਸਟਾਰਟ ਵਿਦ TFSA ਉਹਨੂੰ ਬਿਲਡ ਅਪ ਹੋਣ ਲੈਂਦੇ ਹੋ TFSA ਵਿੱਚ ਗਰੋਥ ਹੋ ਲੈਂਦੇ ਹੋ ਤੇ RRSP ਦਾ ਕੰਟਰੀਬਿਊਸ਼ਨ ਬਣ ਲੈਂਦੇ ਹੋ। ਜਦੋਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕੋਲ RRSP ਦੇ ਵਿੱਚ ਹੁਣ ਤੁਹਾਨੂੰ ਆਮਦਨ ਵੱਧ ਗਈ ਤੁਹਾਨੂੰ ਟੈਕਸ ਬਚਾਉਣ ਦੀ ਲੋੜ ਹੈਗੀ ਹੈ ਤਦ ਤੱਕ ਤੁਹਾਡਾ RRSP ਕੰਟਰੀਬਿਊਸ਼ਨ ਉਹ ਵੱਡਾ ਹੋ ਚੁੱਕਾ ਹੋਵੇਗਾ। TFSA ਦੇ ਵਿੱਚ ਇਨਕਮ ਗਰੋ ਹੋ ਚੁੱਕੀ ਹੋਵੇ TFSA ਦੀ ਰਕਮ ਕਢਵਾ ਕੇ RRSP ਦੇ ਵਿੱਚ ਤੁਸੀਂ ਜਮ੍ਹਾਂ ਕਰਵਾ ਦਿਓ ਤੁਸੀਂ ਉਹਦਾ ਵੀ ਫਾਇਦਾ ਲੈ ਲਿਆ ਗਰੋਥ ਦਾ ਫਾਇਦਾ ਵੀ ਲੈ ਲਿਆ ਤੇ ਤੁਸੀਂ RRSP ਦੇ ਵਿੱਚ ਟੈਕਸ ਬੋਰਡ ਕੀ RRSP ਨੂੰ ਕਢਵਾਉਣਾ ਜ਼ਰੂਰੀ ਹੈ? ਜਿਵੇਂ ਇਹ ਵੀ ਬਹੁਤ ਸਵਾਲ ਹੁੰਦਾ ਹੈ ਕਿ ਮੈਂ 60 ਸਾਲ ਦੀ ਉਮਰ ਦੇ ਵਿੱਚ ਕਢਵਾਵਾਂ ਜਾਂ ਮੈਂ 65 ਸਾਲ ਦੀ ਉਮਰ ਦੇ ਵਿੱਚ ਕਢਵਾਵਾਂ ਜਾਂ ਕੀ ਕਢਵਾਉਣਾ ਜ਼ਰੂਰੀ ਹੈ ਜਾਂ ਅਸੀਂ
ਇਸ ਨੂੰ ਅੱਗੇ ਵੀ ਪਾ ਸਕਦੇ ਹਾਂ ਕਿ ਜੇ 70 ਸਾਲ ਦੀ ਉਮਰ ਤੱਕ ਮੈਂ ਜੇ ਨਹੀਂ ਕਢਵਾਉਣਾ ਚਾਹੁੰਦਾ ਤੇ ਗਵਰਨਮੈਂਟ ਇਹਦੇ ਪ੍ਰੈਸ਼ਰ ਨਹੀਂ ਪਾਏਗੀ? ਗਵਰਨਮੈਂਟ 70 ਸਾਲ ਦੀ ਉਮਰ ਤੱਕ ਤੁਹਾਨੂੰ ਨਹੀਂ ਕਹਿ ਸਕਦੀ ਕਿ ਤੁਸੀਂ RRSP ਨੂੰ ਵਿਡਰਾ ਕਰਵਾਉਣਾ ਹੈ। ਹੁਣ ਮੈਨੂੰ ਯਾਦ ਹੈ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਆਈ ਸੀ ਕਿ 60 ਸਾਲ ਦੇ ਵਿੱਚ ਜਾਂ ਇਸ ਦੇ ਵਕਤ ਵਿੱਚ 65 ਸਾਲ ਦੇ ਵਿੱਚ ਕਢਵਾਉਣਾ ਚਾਹੀਦਾ ਕਿ ਨਹੀਂ ਕਢਵਾਉਣਾ ਚਾਹੀਦਾ। ਇਹ ਸਾਰਾ ਡਿਪੈਂਡ ਕਰਦਾ ਹੈ ਸਾਡਾ ਉਸ ਵੇਲੇ ਦਾ ਸਿਨੈਰੀਓ ਕੀ ਹੈਗਾ। ਅਗਰ ਸਾਡਾ ਸਿਨੈਰੀਓ ਇਹ ਕਹਿੰਦਾ ਕਿ ਸਾਡੇ ਕੋਲ ਆਮਦਨ ਘੱਟ ਹੈਗੀ ਆ, ਸਾਡੇ ਕੋਲ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈਗਾ, ਸ਼ਾਇਦ ਜੇ ਅਸੀਂ ਅੱਗੇ ਰੱਖ ਪਾਏ ਤਾਂ ਮੈਂ CPP ਤੇ OAS ਦੇ ਬਾਰੇ ਵੀ ਇੱਕ ਪ੍ਰੋਗਰਾਮ ਜ਼ਰੂਰ ਰੱਖਣਾ ਚਾਹਾਂਗਾ ਕਿ ਤਾਂ ਕਿ ਆਪਣੇ ਦਰਸ਼ਕਾਂ ਨੂੰ ਇਹ ਪਤਾ ਚੱਲ ਸਕੇ ਕਿ ਕਿੰਨੀ ਪੈਨਸ਼ਨ ਮਿਲ ਸਕਦੀ ਹੈਗੀ ਆ। ਹੁਣ ਅਗਰ ਅਸੀਂ ਉਹ ਪੈਨਸ਼ਨ ਦੀ ਗੱਲ ਕਰੀਏ ਤਾਂ ਕਈ ਐਸੇ ਲੋਕ ਨੇ ਜਿਨ੍ਹਾਂ ਦੀ ਪੈਨਸ਼ਨ ਜਿਹੜੀ, ਕਿਉਂਕਿ ਐਵਰੇਜ ਜਿਹੜੀ CPP ਪੈਨਸ਼ਨ ਫੁੱਲ ਪੈਨਸ਼ਨ ਜਿਹੜੀ ਹੈਗੀ ਹੈ $1200+ ਦੀ, ਉਹ ਪਿਛਲੇ ਸਾਲ 8% ਕੈਨੇਡੀਅਨਸ ਨੂੰ ਹੀ ਟੁੱਟਦੀ ਹੈਗੀ ਹੈ। ਜਦ ਕਿ ਔਨ ਐਨ ਐਵਰੇਜ ਲਗਭਗ $750 ਜਿਹੜੀ ਹੈਗੀ ਹੈ, ਜੇ ਮੈਂ ਪ੍ਰੀਸਾਈਸਲੀ ਕਰ ਕਰਾਂ ਤਾਂ $758 ਜਿਹੜੀ ਹੈਗੀ ਹੈ ਉਹ ਐਵਰੇਜ CPP ਲੋਕਾਂ ਨੂੰ ਮਿਲੀ ਹੈਗੀ। ਨਾਓ ਯੂ ਸੀ ਕਿ $750 ਦੇ ਵਿੱਚ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ। ਸੋ ਅਗਰ ਤੁਹਾਡੀ RSP ਦੇ ਵਿੱਚ ਕੰਟਰੀਬਿਊਸ਼ਨਸ ਹੈਗੀਆਂ ਨੇ, ਤੁਹਾਡੇ ਉਹ ਜੁੜੇ ਹੈਗੇ ਨੇ, ਤਾਂ ਤੁਸੀਂ RSP ਚੋਂ ਵਿਡਰਾ ਕਰਵਾ ਸਕਦੇ ਹੋ ਕਿਉਂਕਿ ਤੁਸੀਂ ਲੋਅਰ ਇਨਕਮ ਗਰੁੱਪ ਦੇ ਵਿੱਚ ਹੀ ਆਵੋਗੇ, ਹੈ ਨਾ, ਤੁਹਾਨੂੰ ਉਸ ਤੇ ਇੰਨਾ ਜ਼ਿਆਦਾ ਟੈਕਸ ਨਹੀਂ ਪਵੇਗਾ। ਲੇਕਿਨ ਹੁਣ ਅਗਰ ਤੁਸੀਂ ਆਲਰੇਡੀ ਪੈਨਸ਼ਨ ਲੈ ਰਹੇ ਹੋ ਔਰ RSP ਦੇ ਵਿੱਚ ਵੀ ਤੁਸੀਂ ਫੁੱਲ ਕੰਟਰੀਬਿਊਟ ਕੀਤਾ ਹੈਗਾ ਤਾਂ ਡੈਫੀਨਿਟਲੀ ਯੂ ਹੈਵ ਟੂ ਵਿਡਰਾ ਦੈਟ। ਹੁਣ 71 ਸਾਲ ਤੋਂ ਪਹਿਲੇ ਕਰਵਾਉਂਦੇ ਹੋ ਤੇ ਤੁਹਾਨੂੰ ਹੋਰ ਕਈ ਚੀਜ਼ਾਂ, ਯਾਨੀ ਕਿ ਤੁਹਾਨੂੰ ਤੁਹਾਡੀ ਆਪਣੀ ਆਮਦਨ ਵੀ ਆ ਰਹੀ ਹੈ, ਕਿਉਂਕਿ ਕੁਝ ਲੋਕ ਮੈਕਸਿਮਮ ਸਾਡੀ ਕਮਿਊਨਿਟੀ ਦੇ ਵਿੱਚ ਸੈਲਫ ਇੰਪਲੋਇਡ ਨੇ ਔਰ ਸੈਲਫ ਇੰਪਲੋਇਡ ਦੀ ਕੋਈ ਰਿਟਾਇਰਮੈਂਟ ਏਜ ਨਹੀਂ ਹੁੰਦੀ, ਦੇ ਕੈਨ ਵਰਕ ਅਪ ਟੂ 65-70 ਤੱਕ ਵੀ ਕੰਮ ਕਰ ਸਕਦੇ। ਹੁਣ ਆਮਦਨ ਵੀ ਆ ਰਹੀ ਹੈ, CPP ਵੀ ਆ ਰਹੀ ਹੈਗੀ ਆ, ਪਲੱਸ ਤੁਸੀਂ RSP ਵੀ ਕਢਵਾ ਰਹੇ ਹੋ ਤਾਂ ਟੈਕਸ ਦਾ ਬਿੱਲ ਇੰਨਾ ਵੱਡਾ ਬਣ ਜਾਂਦਾ ਹੈ, ਫਿਰ ਉਹਨਾਂ ਨੂੰ ਸੋਚਣਾ ਪੈਂਦਾ ਕਿ ਹੁਣ ਕੀ ਕਰੀਏ, ਲੇਕਿਨ ਤਦ ਤੱਕ ਲੇਟ ਵੀ ਹੋ ਚੁੱਕਾ ਹੁੰਦਾ ਹੈ। ਬਿਲਕੁਲ, ਇਹਦੇ ਬਾਰੇ ਥੋੜੇ ਜਿਹੇ ਹੋਰ ਸਵਾਲ ਮੈਂ ਤੁਹਾਨੂੰ ਪੁੱਛਾਂਗੀ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਜੀ। ਦੇਖਦੇ ਰਹੋ ਪ੍ਰੋਗਰਾਮ ਪੈਸਾ ਧੇਲਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਪੈਸਾ ਧੇਲਾ ਪ੍ਰੋਗਰਾਮ ਦੇ ਵਿੱਚ ਟੈਕਸ ਸੇਵਿੰਗ ਦੇ ਬਾਰੇ ਵਿੱਚ ਗੱਲਬਾਤ ਹੋ ਰਹੀ ਹੈ। ਸੋ ਬਜ਼ੁਰਗਾਂ ਦੇ ਲਈ ਖਾਸ ਤੌਰ ਤੇ RRSP ਦਾ ਕੀ ਫਾਇਦਾ ਹੋ ਸਕਦਾ, ਇਹਦੇ ਬਾਰੇ ਤਾਂ ਅਸੀਂ ਗੱਲ ਕਰ ਹੀ ਰਹੇ ਹਾਂ, ਪਰ ਜੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਇਸ ਵਕਤ RRSP ਨੂੰ ਲੈ ਕੇ ਉਹ ਵੀ ਥੋੜਾ ਜਿਹਾ ਜ਼ਰੂਰ ਸੋਚਦੇ ਪਏ ਨੇ ਕਿ ਜੇ ਟੈਕਸ ਨੂੰ ਬਚਾਇਆ ਜਾ ਸਕਦਾ ਇਸ ਵੇਲੇ। ਜੇ ਯੂਥ ਦੀ ਗੱਲ ਕੀਤੀ ਜਾਵੇ, ਥੋੜਾ ਜਿਹਾ ਉਹ ਜੇ ਅਟਰੈਕਟ ਹੋਣਾ ਚਾਹੁੰਦੇ ਨੇ RRSP ਨੂੰ ਲੈ ਕੇ, ਤੇ RRSP ਉਹਨਾਂ ਨੂੰ ਕਿੱਦਾਂ ਫਾਇਦਾ ਦੇ ਸਕਦੀ ਹੈ? ਤਰੁਣ ਜੀ, ਯੂਥ ਦੀ ਗੱਲ ਕੀਤੀ ਹੈ, ਯੂਥ ਦੇ ਨਾਲ ਉਹਨੇ ਫਿਰ ਇੱਕ ਚੀਜ਼ ਰਿਲੇਟ ਹੋ ਜਾਂਦੀ ਹੈ, ਉਹ ਹੈਗੀ ਘਰ। ਠੀਕ ਹੈ, ਘਰ ਲੈਣਾ ਸਾਰਿਆਂ ਦਾ ਹੈਗਾ ਜੀ। ਕੀਮਤਾਂ ਡੈਫੀਨਿਟਲੀ ਅਸਮਾਨ ਛੂੰਦੀਆਂ ਨੇ, ਜਿਹੜੇ ਕਿ ਸਾਡੇ ਹੱਥ ਵੱਸ ਨਹੀਂ ਹੈਗਾ, ਪਰ ਡੈਫੀਨਿਟਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਕੀਮਤਾਂ ਜਿੰਨੀਆਂ ਵੀ ਵੱਧਦੀਆਂ ਨੇ, ਤੁਹਾਨੂੰ ਡਾਊਨ ਪੇਮੈਂਟ ਲਈ ਪੈਸੇ ਤਾਂ ਜੋੜਨੇ ਪੈਣੇ ਹੈਗੇ ਆ। ਹੁਣ ਪੈਸੇ ਕਿੱਥੇ ਜੋੜੋਗੇ? ਹੁਣ ਅਗਰ ਉਹ ਪੈਸੇ ਜੋੜਨ ਦੇ ਨਾਲ ਟੈਕਸ ਵੀ ਤੁਹਾਡਾ ਲੈਸ ਹੋ ਜਾਵੇ ਤਾਂ ਫਿਰ ਬੈਟਰ ਹੈਗਾ ਕਿ RSP ਇੱਕ ਅੱਛੀ ਆਪਸ਼ਨ ਹੈਗੀ ਹੈ। ਹੁਣ ਜਿੱਦਾਂ ਮੈਂ ਦੇਖ ਰਿਹਾ ਕਿ ਆਮ ਤੌਰ ਤੇ ਸਾਡਾ ਯੂਥਸ ਨਾਲ ਰਾਬਤਾ ਜਿਹੜਾ ਕਾਇਮ ਹੁੰਦਾ ਤੇ ਕਾਫੀ ਸਾਰੇ ਟਰੱਕਿੰਗ ਦੇ ਵਿੱਚ ਜਾਂਦੇ ਨੇ। ਹੁਣ ਟਰੱਕਿੰਗ 'ਚ ਜਿਹੜੇ ਜੁਆਇਨ ਕਰਦੇ ਨੇ, ਐਟਲੀਸਟ ਮੈਨੂੰ ਇਹ ਲੱਗਦਾ ਕਿ ਉਹਨਾਂ ਦੀ ਜਿਹੜੀ ਇਨਕਮ ਹੈਗੀ ਉਹ ਟੈਕਸੇਬਲ ਹੋ ਜਾਂਦੀ ਹੈਗੀ, ਕਿਉਂਕਿ ਉਹ ਇਨਕਮ ਦੇ ਉਸ ਲੈਵਲ ਤੇ ਆ ਜਾਂਦੇ ਜਿੱਥੇ ਕਿ RSP ਦੇ ਨਾਲ ਬੈਨੀਫਿਟ ਹੋ ਸਕਦਾ ਹੈਗਾ। ਹੁਣ ਅਗਰ ਉਹਨਾਂ ਨੇ ਉਸ RSP ਤੋਂ ਬੈਨੀਫਿਟ ਲੈਣਾ ਤਾਂ ਇਟ ਮੀਨਸ ਕਿ ਉਹਨਾਂ ਨੂੰ RSP ਅਕਾਊਂਟ ਖੁਲਵਾ ਕੇ ਉਹ 'ਚ ਕੰਟਰੀਬਿਊਟ ਕਰ ਦੇਣਾ ਚਾਹੀਦਾ ਹੈ। ਹੁਣ ਇਸ ਤੋਂ ਬਾਅਦ ਅਗਲਾ ਸਟੈਪ ਕੀ ਹੈਗਾ ਕਿ ਇੱਕ ਤਾਂ ਟੈਕਸ ਬਚ ਗਿਆ, ਫਿਰ ਜਦੋਂ ਉਹਨਾਂ ਨੇ ਘਰ ਲੈਣਾ ਹੈਗਾ ਤੇ ਉਹਨਾਂ ਨੇ ਉਸ ਰਕਮ ਨੂੰ ਵਿਡਰਾ ਕਰਵਾਉਣਾ ਹੈਗਾ। ਜਿਵੇਂ ਅਸੀਂ ਡਿਸਕਸ ਕੀਤਾ ਕਿ RSP ਦੇ ਵਿੱਚ ਰਕਮ ਵਿਡਰਾ ਕਰਾਉਣ ਦੇ ਉੱਤੇ ਟੈਕਸ ਲੱਗਦਾ ਹੈਗਾ, ਹਨ, ਲੇਕਿਨ ਗਵਰਨਮੈਂਟ ਨੇ ਇੱਕ ਸਹੂਲਤ ਦਿੱਤੀ ਹੈਗੀ ਕਿ ਜੇਕਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਤੇ ਤੁਸੀਂ ਉਸ ਦੇ ਵਿੱਚ ਰਕਮ ਕਢਵਾ ਸਕਦੇ ਹੋ ਜਿਸ ਉੱਤੇ ਟੈਕਸ ਨਹੀਂ ਲੱਗੇਗਾ। ਹੁਣ ਜੇ ਪਲੈਨਿੰਗ ਦੀ ਸਟ੍ਰੈਟਜੀ ਨਾਲ ਦੇਖਾਂ ਤਾਂ ਤੁਸੀਂ ਪਹਿਲੇ ਕੀ ਕੀਤਾ, ਪਹਿਲੇ ਟੈਕਸ ਬਚਾ ਲਿਆ, ਉਸ ਤੋਂ ਬਾਅਦ ਉਸ ਰਕਮ ਨੂੰ ਵਧਣ ਦਿੱਤਾ, ਫਿਰ ਜਦੋਂ ਤੁਹਾਨੂੰ ਲੋੜ ਪਈ ਤਾਂ ਤੁਸੀਂ ਘਰ ਲੈਣ ਲਈ ਉਸ ਰਕਮ ਨੂੰ ਕਢਵਾ ਲਿਆ ਜਿਸ ਤੇ ਕਿ ਤੁਸੀਂ ਟੈਕਸ ਨਹੀਂ ਦਿੱਤਾ। ਜਿਹੜਾ ਫਸਟ ਟਾਈਮ ਹੋਮ ਬਾਇਰ ਪਲਾਨ ਹੈ, ਇਸ ਦੇ ਵਿੱਚ ਤੁਸੀਂ $35,000 ਪਰ ਪਰਸਨ ਤੁਸੀਂ ਉਸ ਰਕਮ ਨੂੰ ਕਢਵਾ ਸਕਦੇ ਹੋ। ਹੁਣ ਜੇਕਰ ਹਸਬੈਂਡ ਵਾਈਫ ਹੈਗੇ ਨੇ ਤਾਂ 35 ਅਗਰ ਦੋਨਾਂ ਦੀ ਕੰਟਰੀਬਿਊਸ਼ਨ $70,000 ਦੀ ਹੈ ਤੇ $70,000 ਦੇ ਵਿੱਚੋਂ ਕਢਵਾ ਸਕਦੇ, ਉਸ ਤੇ ਕੋਈ ਟੈਕਸ ਨਹੀਂ ਲੱਗੇਗਾ। ਠੀਕ ਹੈ, ਮਤਲਬ ਇਹ ਇੱਕ ਬਹੁਤ ਵਧੀਆ ਟੂਲ ਹੈਗਾ ਆ ਟੈਕਸ ਬਚਾਉਣ ਦਾ, ਐਜ਼ ਵੈਲ ਐਜ਼ ਆਪਣੇ ਘਰ ਵੱਲ ਨੂੰ ਇੱਕ ਸਟੈਪ ਵਧਾਉਣ ਦਾ ਕਿ ਅਸੀਂ ਉਹ ਰਕਮ ਜੋੜਨੀ ਸ਼ੁਰੂ ਕਰ ਦਿੱਤੀ ਹੈਗੀ ਆ। ਟੈਕਸ ਦਾ ਬਹਾਨਾ ਹੀ ਸੀ, ਮੈਂ ਇਸ ਬਹਾਨੇ ਨਾਲ ਹੀ ਜੋੜਿਆ ਕਿ ਮੇਰਾ ਟੈਕਸ ਬਚ ਗਿਆ, ਲੇਕਿਨ ਉਹ ਰਕਮ ਜੁੜੀ ਔਰ ਰਕਮ ਕੱਲੀ ਜੁੜੀ ਨਹੀਂ, ਰਕਮ ਦੇ ਉੱਤੇ ਵਾਧਾ ਵੀ ਹੋਇਆ ਕਿਉਂਕਿ ਅਸੀਂ ਇਨਵੈਸਟ ਕੀਤਾ ਹੈਗਾ। ਉਹ ਵਾਧੇ ਦੇ ਨਾਲ ਮੈਂ ਉਹ ਰਕਮ ਨੂੰ ਕਢਵਾ ਲਿਆ ਤੇ ਮੈਨੂੰ ਉਹ ਰਕਮ ਅਗਲੇ 15 ਸਾਲਾਂ 'ਚ ਵਾਪਸ ਕਰਨੀ ਪਵੇਗੀ। 15 ਸਾਲ ਲੱਗਣਗੇ ਉਸ ਰਕਮ ਨੂੰ ਮੋੜਨ ਦੇ ਵਿੱਚ। ਤੁਸੀਂ ਜਿੰਨੀ ਮਰਜ਼ੀ ਰਕਮ ਕਢਾਓ ਪਰ ਤੁਹਾਨੂੰ 15 ਸਾਲ 'ਚ ਵਾਪਸ ਕਰਨੀ ਹੈ। ਲੇਕਿਨ 35,000 ਤੋਂ ਜ਼ਿਆਦਾ ਰਕਮ ਨਹੀਂ ਕਢਵਾਈ ਜਾ ਸਕਦੀ, ਇੱਕ ਪਰ ਪਰਸਨ 35,000 ਹੈ। ਇੱਕ ਤੁਹਾਨੂੰ ਹੋਰ ਗੱਲ ਦੱਸਾਂ, ਕਿਉਂਕਿ ਜਿਹੜਾ ਅਕਸਰ ਸਵਾਲ ਪੁੱਛਿਆ ਜਾਂਦਾ ਹੈਗਾ ਕਿ ਹਸਬੈਂਡ ਵਾਈਫ ਹੈਗੇ ਨੇ ਲੇਕਿਨ 2 ਦੋਸਤ ਮਿਲ ਕੇ ਲੈਣਾ ਚਾਹੁੰਦੇ ਨੇ ਜਾਂ 3 ਜਾਂ 4 ਪਾਰਟਨਰ ਹੈਗੇ, ਕੀ ਉਸ 'ਚ ਸ਼ਾਮਿਲ ਹੋ ਸਕਦੇ? ਡੈਫੀਨਿਟਲੀ ਅਗਰ 4 ਪਾਰਟਨਰ ਹੈਗੇ ਤਾਂ ਆਪਣੇ ਹਿੱਸੇ ਦਾ ਅਗਰ 35,000 ਉਹਨਾਂ ਦੀ ਐਲੀਜੀਬਿਲਿਟੀ ਬਣਦੀ ਹੈ ਤੇ $35,000 ਦੀ ਉਹ ਰਕਮ ਕਢਵਾ ਸਕਦੇ ਨੇ। ਲੇਕਿਨ ਫਿਰ ਉਹਦੇ 'ਚ ਇਹੀ ਚੀਜ਼ ਹੈ
ਸ਼ਾਇਦ ਤੁਸੀਂ ਕੋਈ ਕੁਝ ਪੁੱਛਣ ਲੱਗੇ ਸੀ, ਮੈਂ ਉਸ ਤੋਂ ਪਹਿਲੇ ਦੱਸਦਾ ਕਿ ਇਹ ਵੀ ਇੱਕ ਚੀਜ਼ ਹੈ, ਸਾਨੂੰ ਅਕਸਰ ਸਵਾਲ ਪੁੱਛਿਆ ਜਾਂਦਾ ਕਿ ਮੇਰੇ ਕੋਲ ਤਾਂ 35000 ਜਮ੍ਹਾਂ ਨਹੀਂ, ਮੈਂ ਫਿਰ ਵੀ 35000 ਕਢਵਾ ਸਕਦਾ। ਹਾਂ, ਮੈਂ ਇਹੀ ਪੁੱਛਣ ਲੱਗੀ ਸੀ। ਐਵੇਂ ਨਹੀਂ ਹੋ ਸਕਦਾ, ਕਿਉਂਕਿ ਮੈਨੂੰ ਪਤਾ ਸੀ ਵੀ ਆਮ ਤੌਰ ਤੇ ਇਹ ਕੁਐਸਚਨ ਸਾਨੂੰ ਬਹੁਤ ਪੁੱਛਿਆ ਜਾਂਦਾ ਹੈ ਕਿ ਮੇਰੀ ਆਰਐਸਪੀ ਦੇ ਵਿੱਚ ਸਿਰਫ 12000 ਜਮ੍ਹਾਂ ਜਾਂ 13000 ਜਮ੍ਹਾਂ ਹੈ ਤੇ ਮੈਂ 35000 ਕਢਵਾ ਸਕਦਾ ਹੈਗਾ। ਜੀ ਨਹੀਂ, ਤੁਸੀਂ ਉਨੀ ਰਕਮ ਹੀ ਕਢਵਾ ਸਕਦੇ ਹੋ ਜਿੰਨੀ ਆਰਐਸਪੀ ਦੇ ਵਿੱਚ ਜਮ੍ਹਾਂ ਹੈ, ਲੇਕਿਨ ਹਾਂ ਜਿੰਨੀ ਵੀ ਰਕਮ ਕਢਵਾਓਗੇ ਉਹ ਟੈਕਸ ਫ੍ਰੀ ਹੀ ਨਿਕਲੇਗੀ। ਸੋ ਮਤਲਬ ਕਿ ਆਪਾਂ ਜਸਟ ਇਹ ਹੈ ਕਿ 35000 ਤੱਕ ਅਸੀਂ ਕਢਵਾ ਸਕਦੇ ਹਾਂ, ਪਰ ਇੱਕ ਟਾਈਮ ਦੇ ਵਿੱਚ ਉਨੀ ਕਢਵਾ ਸਕਦੇ ਹੋ ਜਿੰਨੀ ਤੁਹਾਡੀ ਇਨਕਮ ਜਮ੍ਹਾਂ ਹੋਏਗੀ, ਜਿੰਨੇ ਉਹਦੇ ਵਿੱਚ ਕੰਟਰੀਬਿਊਸ਼ਨ ਹੈਗੀ ਹੈ। ਸੋ ਮੇਰਾ ਵੀ ਇੱਕ ਸਵਾਲ ਸੀ ਕਿ ਜਿਵੇਂ ਤੁਸੀਂ ਕਿਹਾ ਕਿ 2 ਜਣੇ ਜਾਂ 3 ਜਣੇ ਮਿਲ ਕੇ ਵੀ ਲੈ ਸਕਦੇ ਨੇ, ਕਿ ਸਾਰੇ ਹੀ ਫਿਰ ਫਸਟ ਟਾਈਮ ਹੋਮ ਬਾਇਰਸ ਮੰਨੇ ਜਾਣਗੇ? ਹੋਣੇ ਚਾਹੀਦੇ ਨੇ। ਦੇਖੋ ਇਹ ਕੁਐਸਚਨ ਜਿਹੜਾ ਹੈਗਾ ਕਿ ਮੰਨੇ ਜਾਣਗੇ, ਇਹਦੇ ਵਿੱਚ ਇਹ ਹੈਗਾ ਕਿ ਹੋਣੇ ਚਾਹੀਦੇ ਨੇ। ਦੋਨਾਂ ਦੇ ਵਿੱਚ ਫਰਕ ਕੀ ਹੈ ਕਿ ਮੈਨੂੰ ਐਲੀਜੀਬਿਲਿਟੀ ਆਪਣੀ ਦਿਖਾਣੀ ਪੈਣੀ ਹੈ ਕਿ ਮੈਂ ਫਸਟ ਟਾਈਮ ਹੋਮ ਬਾਇਰ ਹਾਂ। ਹੁਣ ਇਹਦੇ ਵਿੱਚ 2 ਕੁਐਸਚਨਸ ਹੈਗੇ, ਜਿਹੜਾ ਮੈਂ ਪਹਿਲਾ ਕੁਐਸਚਨ ਟੱਚ ਕਰਾਂਗਾ ਕਿ ਤੁਸੀਂ ਕਿਵੇਂ ਫਸਟ ਟਾਈਮ ਹੋਮ ਬਾਇਰ ਹੋ। ਜੇ ਪਿਛਲੇ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਜਾਂ ਤੁਹਾਡੀ ਸਪਾਊਸ ਦੇ ਕੋਲ ਕੋਈ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੈਗੀ ਸੀਗੀ, ਤੁਸੀਂ ਵੇਚ ਦਿੱਤੀ ਹੈਗੀ ਜਾਂ ਤੁਸੀਂ ਕਦੀ ਲਈ ਨਹੀਂ ਹੈਗੀ, ਤੁਹਾਡੇ ਕੋਲ ਕੋਈ ਪ੍ਰਿੰਸੀਪਲ ਰੈਜ਼ੀਡੈਂਸ ਨਹੀਂ ਹੈਗੀ ਤਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ। ਦਿਸ ਇਜ਼ ਦਾ ਫਰਸਟ ਪਾਰਟ ਆਫ ਦਾ ਕੁਐਸਚਨ। ਸੈਕੰਡ ਇਹ ਹੈਗਾ ਕਿ ਕਈ ਵਾਰ ਇਹ ਹੈਗਾ ਕਿ ਮੰਨ ਲਓ ਤੁਸੀਂ ਅੱਜ ਤੋਂ 5 ਸਾਲ ਪਹਿਲੇ ਤੁਹਾਡੇ ਕੋਲ ਇੱਕ ਪ੍ਰਿੰਸੀਪਲ ਰੈਜ਼ੀਡੈਂਸ ਹੁੰਦੀ ਸੀ, ਲੇਕਿਨ 5 ਸਾਲ ਪਹਿਲੇ ਤੁਸੀਂ ਵੇਚ ਚੁੱਕੇ ਹੋ, ਤੁਸੀਂ ਉਸ ਵੇਲੇ ਲੋਨ ਲਿਆ ਸੀ ਆਰਐਸਪੀ ਦਾ ਫਸਟ ਟਾਈਮ ਹੋਮ ਬਾਇਰ ਦਾ, ਔਰ ਪੇਡ ਅਪ ਹੋ ਚੁੱਕਾ ਹੈ, ਤੁਸੀਂ ਪਹਿਲੇ ਪੇ ਕਰਤਾ। ਵੈਸੇ 15 ਸਾਲ ਵਿੱਚ ਪੇ ਕਰਨਾ ਸੀ, ਪਰ ਤੁਸੀਂ ਪਹਿਲੇ ਪੇ ਕਰਤਾ, ਹੁਣ ਤੁਸੀਂ ਫਿਰ ਦੁਬਾਰਾ ਐਲੀਜੀਬਲ ਹੋ ਸਕਦੇ ਹੋ। ਠੀਕ ਹੈ। ਸੋ ਫਸਟ ਟਾਈਮ ਜਿਹੜਾ ਹੋਮ ਬਾਇਰ ਪਲਾਨ ਹੈਗਾ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਵਾਰ ਹੀ ਐਲੀਜੀਬਲ ਹੋਣਾ ਹੈ। ਆਰਐਸਪੀ ਦੇ ਵਿੱਚੋਂ ਤੁਸੀਂ ਚਾਹੋ ਤਾਂ ਜਿੰਨੀ ਵਾਰੀ ਮਰਜ਼ੀ ਲੋਨ ਲੈ ਸਕਦੇ ਹੋ, ਲੇਕਿਨ ਸਿਰਫ ਇਹ ਹੈਗਾ ਕਿ ਤੁਸੀਂ ਉਸ ਵੇਲੇ ਕੁਆਲੀਫਾਈਡ ਹੋਣੇ ਚਾਹੀਦੇ ਹੋ ਘਰ ਲੈਣ ਲਈ, ਜਿਹਨੂੰ ਕਿ ਤੁਸੀਂ ਫਸਟ ਟਾਈਮ ਹੋਮ ਬਾਇਰ ਦੀ ਡੈਫੀਨੇਸ਼ਨ 'ਚ ਆਣੇ ਚਾਹੀਦੇ ਜੀ। ਸੋ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਲਿਆ ਹੋਇਆ ਵਾ ਜਾਂ ਜਿਨ੍ਹਾਂ ਦੇ ਨਾਮ ਦੇ ਉੱਤੇ ਹੈਗਾ, ਉਹ ਇਹਦੇ ਵਿੱਚ ਕੰਟਰੀਬਿਊਟ ਨਹੀਂ ਕਰ ਸਕਦੇ ਹੈਗੇ। ਜਿਹੜੇ ਇਸ ਵੇਲੇ ਪ੍ਰਿੰਸੀਪਲ ਰੈਜ਼ੀਡੈਂਸ ਹੈਗਾ ਉਹਨਾਂ ਕੋਲ ਜਾਂ ਉਹਨਾਂ ਦੀ ਸਪਾਊਸ ਦੇ ਕੋਲ ਹੈ, ਉਹ ਫਸਟ ਟਾਈਮ ਹੋਮ ਬਾਇਰ 'ਚ ਦੁਬਾਰਾ ਐਂਟਰ ਨਹੀਂ ਕਰ ਸਕਦੇ ਜਦ ਤੱਕ ਕਿ ਉਹਨਾਂ ਕੋਲ ਪ੍ਰਿੰਸੀਪਲ ਰੈਜ਼ੀਡੈਂਸ ਹੈਗੀ ਹੈ। ਜੇ ਕਿਸੇ ਕੋਲ ਪ੍ਰਿੰਸੀਪਲ ਰੈਜ਼ੀਡੈਂਸ ਵੀ ਹੈਗੀ ਹੈ ਤੇ ਨਾਲ ਉਹਨਾਂ ਨੇ ਆਪਣੀ ਆਰਐਸਪੀ ਪੇ ਆਫ ਕਰ ਦਿੱਤੀ ਹੈ, ਕਿ ਉਹ ਦੁਬਾਰਾ ਇਸ ਦਾ ਫਾਇਦਾ ਲੈ ਸਕਦੇ ਨੇ? ਨਹੀਂ ਜੀ, ਪ੍ਰਿੰਸੀਪਲ ਰੈਜ਼ੀਡੈਂਸ ਦੀ ਸ਼ਰਤ ਜਿਹੜੀ ਹੈਗੀ ਹੈ ਉਹ ਕੁਆਲੀਫਾਈਡ ਦੇ ਵਿੱਚ ਨਹੀਂ ਆਉਂਦੀ, ਉਹ ਫਸਟ ਟਾਈਮ ਹੋਮ ਬਾਇਰ 'ਚ ਨਹੀਂ ਹੋਊਗੀ। ਬਿਲਕੁਲ। ਤੇ ਜੇ ਵਾਪਸ ਕਰਨ ਦੀ ਤੁਸੀਂ ਗੱਲ ਕੀਤੀ ਹੈ 15 ਇਅਰਸ ਸਾਰਿਆਂ ਨੂੰ ਮਿਲ ਜਾ ਕੇ 15 ਸਾਲ ਦੇ ਵਿੱਚ ਤੁਸੀਂ ਇਸ ਚੀਜ਼ ਅਮਾਉਂਟ ਨੂੰ ਵਾਪਸ ਕਰਨਾ ਹੈ, ਸੋ ਇਹ ਤੁਸੀਂ ਇਕੱਠੀ ਵੀ ਕਰ ਸਕਦੇ ਹੋ ਜਾਂ ਇਸ ਦਾ ਸਿਸਟਮ ਕੀ ਹੋ ਸਕਦਾ ਹੈ? ਡੈਫੀਨਿਟਲੀ ਜੀ ਇਕੱਠੀ ਕਰ ਸਕਦੇ ਆ ਤੇ ਕਿਸ਼ਤਾਂ 'ਚ ਵੀ ਕਰ ਸਕਦੇ, ਦੋਨਾਂ ਦੇ ਫਾਇਦੇ ਆਪਣੇ ਆਪਣੇ ਅਲੱਗ ਹੈਗੇ ਨੇ। ਇਕੱਠੀ ਕਰਨ ਦਾ ਫਾਇਦਾ ਹੈਗਾ ਕਿਉਂਕਿ ਆਰਐਸਪੀ ਦੇ ਵਿੱਚੋਂ ਅਸੀਂ ਜਦੋਂ ਰਕਮ ਕਢਵਾਉਂਦੇ ਹਾਂ, ਇੱਕ ਫਾਇਦਾ ਇਹ ਹੈਗਾ ਕਿ ਮੈਂ ਹੋਮ ਬਾਇਰ ਪਲਾਨ ਲਈ ਉਹਨੂੰ ਇਸਤੇਮਾਲ ਕਰ ਲਿਆ, ਪਰ ਨੁਕਸਾਨ ਕੀ ਹੈਗਾ ਕਿ ਮੈਂ ਜਿਹੜੀ ਉਹ ਇਨਵੈਸਟਮੈਂਟ ਕਰਨੀ ਸੀ, ਮੰਨ ਲਓ ਮੇਰੀ ਮਾਰਗੇਜ ਜਾਂ ਜਿਹੜੀ ਹੈਗੀ ਮਾਰਗੇਜ ਦੇ ਵਿੱਚ 2% ਇੰਟਰਸਟ ਹੈਗਾ, ਲੇਕਿਨ ਜਿੱਥੇ ਮੈਂ ਇਨਵੈਸਟ ਕੀਤਾ ਸੀ ਉੱਥੇ ਮੈਨੂੰ 6% ਮਿਲ ਰਿਹਾ ਹੈ, ਤੇ ਇਹਦਾ ਮਤਲਬ ਮੈਂ 4% ਦਾ ਘਾਟਾ ਤਾਂ ਖਾ ਲਿਆ, ਕਿਉਂਕਿ ਮੇਰੀ ਹੁਣ ਰਕਮ ਇਨਵੈਸਟਡ ਨਹੀਂ ਹੈਗੀ, ਉਹ ਮੈਂ ਤੋੜ ਕੇ ਵਾਪਸ ਕਰ ਰਿਹਾ ਹੈਗਾ, ਲੇਕਿਨ ਉਹ ਅਗਰ ਮੇਰੀ ਇਨਕਮ ਇਨਵੈਸਟਡ ਰਹਿੰਦੀ ਤਾਂ ਮੈਨੂੰ ਸ਼ਾਇਦ 5 ਜਾਂ 6% ਰਿਟਰਨ ਆਣੀ ਸੀ। ਹੁਣ ਇਸ ਕਰਕੇ ਹੈ ਕਿ ਜੇ ਤਾਂ ਤੁਸੀਂ ਇਕੱਠੇ ਜਮ੍ਹਾਂ ਕਰਵਾ ਸਕਦੇ ਹੋ ਦੈਨ ਇਟਸ ਅਪ ਟੂ ਯੂ, ਲੇਕਿਨ ਤੁਸੀਂ ਚਾਹੁੰਦੇ ਹੋ ਤਾਂ 15 ਸਾਲਾਂ ਦੇ ਵਿੱਚ ਬੜੇ ਆਰਾਮ ਨਾਲ ਇਹਨੂੰ ਵਾਪਸ ਕਰ ਸਕਦੇ ਹੋ। ਬਿਲਕੁਲ ਜੀ। ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਟਰੂਪੈਕਸ ਦੀਆਂ ਜ਼ਰੂਰ ਸਾਨੂੰ ਦੱਸ ਦਿਓ ਕਿ ਕੀ ਸਰਵਿਸਿਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਠੀਕ ਹੈ ਜੀ, ਜਿੱਦਾਂ ਕਿ ਅਸੀਂ ਡਿਸਕਸ ਕਰ ਰਹੇ ਹਾਂ ਕਿ ਹੁਣ ਟੈਕਸ ਪਲੈਨਿੰਗ ਦਾ ਹੈਗਾ, ਇਹਦੇ ਵਿੱਚ ਆਰਆਰਐਸਪੀ ਦਾ ਸਾਡਾ ਹੁਣ ਸੀਜ਼ਨ ਚੱਲ ਰਿਹਾ ਹੈਗਾ, ਤੇ ਮੋਸਟਲੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਆਪਣੇ ਟੈਕਸ ਨੂੰ ਅਜੇ ਤੱਕ ਆਪਣੀ ਇਨਕਮ ਨੂੰ ਤੁਸੀਂ ਨਹੀਂ ਵੇਖਿਆ ਤਾਂ ਐਟਲੀਸਟ ਤੁਸੀਂ ਇੱਕ ਵਾਰ, ਕਿਉਂਕਿ ਹੁਣ 1 ਮਾਰਚ ਲਾਸਟ ਡੇਟ ਹੈਗੀ ਹੈ, ਜਦ ਤੱਕ ਅਸੀਂ ਆਪਣੇ ਪਿਛਲੇ ਸਾਲ ਦੀ ਟੈਕਸ ਰਿਟਰਨ ਦਾ ਫਾਈਲ ਕਰਕੇ ਮਤਲਬ ਉਹਦਾ ਹਿਸਾਬ ਕਿਤਾਬ ਦੇਖਣਾ ਹੈਗਾ, ਤੇ ਪਲੱਸ ਆਰਐਸਪੀ 'ਚ ਕੰਟਰੀਬਿਊਟ ਕਰ ਸਕਦੇ ਹੈਗੇ। ਇੱਕ ਟਾਈਮ ਵਿੰਡੋ ਹੈਗੀ ਹੈ ਜਿਹੜੇ ਕਿ ਮੈਂ ਮੰਨ ਕੇ ਚੱਲਾਂ ਕਿ ਹੁਣ ਮਹੀਨਾ ਹੀ ਇੱਕ ਰਹਿ ਗਿਆ ਹੈਗਾ, ਜਿਸ ਦੇ ਵਿੱਚ ਕਿ ਅਸੀਂ 28 ਦਿਨ ਪ੍ਰੀਸਾਈਸਲੀ 29ਵਾਂ ਦਿਨ ਜਿਹੜਾ ਹੈਗਾ ਉਹ ਲਾਸਟ ਦਿਨ ਹੋਏਗਾ, ਤੇ ਤੁਸੀਂ 1 ਮਾਰਚ ਤੋਂ ਪਹਿਲਾਂ ਆਰਐਸਪੀ ਦੇ ਵਿੱਚ ਅਗਰ ਕੰਟਰੀਬਿਊਸ਼ਨ ਨਹੀਂ ਕੀਤੀ ਹੋਈ ਤੇ ਡੈਫੀਨਿਟਲੀ ਇਹਦੇ ਵਿੱਚ ਕੰਟਰੀਬਿਊਟ ਕਰ ਦਿਓ। ਫਿਲਹਾਲ ਮੈਂ ਇੱਕ ਸਜੈਸ਼ਨ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਹੋਏਗੀ ਕਿ ਅਜੇ ਤੱਕ ਜੇ ਕਿਸੇ ਵਜ੍ਹਾ ਨਾਲ ਤੁਸੀਂ ਆਪਣੀਆਂ ਇਨਵੈਸਟਮੈਂਟਸ ਨਹੀਂ ਵੀ ਸਿਲੈਕਟ ਕਰ ਸਕਦੇ, ਕੋਈ ਗੱਲ ਨਹੀਂ, ਤੁਸੀਂ ਇੱਕ ਵਾਰ ਅਕਾਊਂਟ ਖੋਲ ਕੇ ਉਸ ਵਿੱਚ ਆਪਣੀ ਆਰਐਸਪੀ ਦੇ ਵਿੱਚ ਰਕਮ ਜਮ੍ਹਾਂ ਕਰਵਾ ਦਿਓ। ਉਸ ਤੋਂ ਬਾਅਦ ਮਾਰਚ, ਅਪ੍ਰੈਲ, ਮਈ, ਜੂਨ ਆਪਣੇ ਕੋਲ ਹੈਗਾ, ਜਦੋਂ ਅਸੀਂ ਇਨਵੈਸਟਮੈਂਟਸ ਚੂਜ਼ ਕਰਕੇ ਅਸੀਂ ਇਨਵੈਸਟਮੈਂਟਸ ਨੂੰ ਸਿਲੈਕਟ ਕਰ ਸਕਦੇ ਕਿਹੜੀ ਇਨਵੈਸਟਮੈਂਟ 'ਚ ਕਰਨਾ ਹੈਗਾ। ਫਿਲਹਾਲ ਸਿਰਫ ਇਹ ਹੈਗਾ ਕਿ ਅਕਾਊਂਟ ਖੋਲਣ ਤਾਂ ਕਿ ਅਗਰ ਟੈਕਸ ਬਚਾਇਆ ਜਾ ਸਕਦਾ ਹੈ ਤਾਂ ਡੈਫੀਨਿਟਲੀ ਦੈਟ ਸ਼ੁਡ ਬੀ ਦਾ। ਬਿਲਕੁਲ ਜੀ। ਤੇ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਇਹ ਵੀ ਜ਼ਰੂਰ ਦੱਸ ਦਿਓ ਸਾਨੂੰ। ਜੀ ਜ਼ਰੂਰ, ਸਾਡਾ ਫੋਨ ਨੰਬਰ ਹੈਗਾ 4167260307 ਜਾਂ ਵੈਬਸਾਈਟ ਹੈਗੀ www.truepax.ca, ਤੁਸੀਂ ਇਸ ਤੇ ਸਾਨੂੰ ਕਾਲ ਕਰ ਸਕਦੇ ਹੋ। ਜੇ ਆਰਐਸਪੀ ਜਾਂ TFSA ਇਨਵੈਸਟਮੈਂਟਸ ਜਾਂ ਇੰਸ਼ੋਰੈਂਸ ਕਿਸੇ ਤਰੀਕੇ ਦੀ ਸਰਵਿਸਿਜ਼ ਚਾਹੁੰਦੇ ਹੋ ਤਾਂ ਡੈਫੀਨਿਟਲੀ ਤੁਸੀਂ ਜਦੋਂ ਵੀ ਕਾਲ ਕਰੋਗੇ ਵੀ ਵਿਲ ਬੀ ਹੈਪੀ ਟੂ ਹੈਲਪ। ਬਿਲਕੁਲ, ਥੈਂਕ ਯੂ ਸੋ ਮਚ। ਸਿਰਫ ਓਨਟਾਰੀਓ ਵਿੱਚ ਹੀ ਕਰਦੇ ਹੋ ਜਾਂ ਇਸ ਤੋਂ ਇਲਾਵਾ ਤੁਸੀਂ? ਜੀ ਇੰਡੀਵਿਜੂਅਲ ਲਾਇਸੈਂਸ ਸਾਡੇ ਕੋਲ ਅਲਬਰਟਾ ਤੇ BC ਦਾ ਵੀ ਹੈਗਾ, ਤੇ ਅਦਰਵਾਈਜ਼ ਜਿਹੜਾ ਹੈਗਾ ਓਨਟਾਰੀਓ ਇਨਵੈਸਟਮੈਂਟਸ ਜਿਹੜੀਆਂ ਹੈਗੀਆਂ ਓਨਟਾਰੀਓ ਵਿੱਚ ਹੀ। ਜੀ ਬਿਲਕੁਲ। ਸੋ ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਵੈਰੀ ਮਚ, ਤੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਪੈਸਾ ਤੇ ਲਾਸ। ਸੋ ਹੁਣ ਟੈਕਸ ਫਾਈਲ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਵਿਕਰਮ ਜੀ ਦੀਆਂ ਸੇਵਾਵਾਂ, ਨੰਬਰਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ, ਇੱਥੇ ਕਾਲ ਕਰ ਸਕਦੇ ਹੋ ਤੇ ਬਾਕੀ ਜਾਣਕਾਰੀ ਲੈ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।